ਸਤਨਾਮ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸਭਨਾ ਮਨ ਮਾਣਕ, ਠਾਹਣ ਮੂਲ ਮਚਾਂਗਵਾ। ਜੇ ਤਉ ਪ੍ਰਿਆ ਦੀ ਸਿੱਖ, ਹਿਆਉ ਨਾ ਠਾਹੇ ਕਹੀਦਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਹਫ਼ਤਾਵਾਰੀ ਜੋ ਆਪਣਾ ਸਮਾਗਮ ਹੁੰਦਾ ਹੈ, ਉਹਦੇ ਵਿੱਚ ਅੱਜ ਆਪਾਂ ਹਾਜ਼ਰੀ ਭਰ ਰਹੇ ਹਾਂ। ਗੁਰੂ ਸਾਹਿਬ ਦੇ ਬਚਨਾਂ ਨੂੰ ਪੜ੍ਹ ਕੇ, ਗੁਰੂ ਸਾਹਿਬ ਦੇ ਬਚਨਾਂ ਤੇ ਅਮਲ ਕਰਕੇ, ਆਪਣੇ ਜੀਵਨ ਤੇ ਲਾਗੂ ਕਰਕੇ ਆਪਣੇ ਜੀਵਨ ਨੂੰ ਬਦਲਣਾ। ਸਰੀਰ ਸਾਡਾ ਇਸ ਤਰ੍ਹਾਂ ਦਾ ਹੀ ਰਹਿਣਾ, ਪਰ ਸਾਡੇ ਜਿਹੜੇ ਵਿਚਾਰ ਨੇ ਉਹ ਬਦਲੇ ਜਾਣਗੇ। ਜੇ ਅਸੀਂ ਸਰੀਰ ਦੇ ਰਹਿਣ ਸਹਿਣ ਨੂੰ ਬਦਲ ਲਈਏ, ਸਾਡੇ ਵਿਚਾਰ ਨਾ ਬਦਲ, ਉਹਨੂੰ ਬਦਲਿਆ ਨਹੀਂ ਕਹਿੰਦੇ। ਸਾਡੇ ਵਿਚਾਰ ਬਦਲ ਜਾਣ, ਜਿਹੜੇ ਸਾਡੇ ਅੰਦਰ ਮਾੜੇ ਵਿਚਾਰ ਨੇ ਉਹਨਾਂ ਤੋਂ ਕਿਨਾਰਾ ਕਰ ਲਈਏ। ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ, ਗੁਰੂ ਸਾਹਿਬ ਦੇ ਵਧੀਆ ਵਧੀਆ ਵਚਨ ਆਪਣੇ ਜੀਵਨ 'ਚ ਲਾਗੂ ਕਰਕੇ ਆਪਣੇ ਵਿਚਾਰਾਂ ਨੂੰ ਬਦਲੀਏ। ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਬਦਲ ਲਾਂਗੇ
ਤਾਂ ਸਾਡੇ 'ਚ ਤਬਦੀਲੀ ਆਊਗੀ, ਤਾਂ ਤਬਦੀਲੀ ਆਊਗੀ। ਜੇ ਸਾਡੇ ਵਿਚਾਰ ਨਾ ਬਦਲੇ ਫਿਰ ਕੀ ਫਾਇਦਾ? ਫਿਰ ਗੁਰੂ ਕੋਲ ਆਉਣ ਦਾ, ਗੁਰੂ ਤੋਂ ਸਿੱਖਿਆ ਲੈਣ ਦਾ ਕੀ ਫਾਇਦਾ ਜੇ ਸਾਡੇ ਵਿਚਾਰ ਹੀ ਨਾ ਬਦਲੇ? ਜੇ ਸਾਡੇ ਵਿਚਾਰ ਹੀ ਨਾ ਬਦਲੇ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਸਾਰਿਆਂ ਦੇ ਵਿੱਚ ਇੱਕੋ ਪ੍ਰਮਾਤਮਾ ਉਹੀ ਕੰਮ ਕਰ ਰਿਹਾ, ਸਾਰਿਆਂ ਦੇ ਵਿੱਚ, ਚਾਹੇ ਉਹ ਕੋਈ ਜੀਵ ਜੰਤੂ ਹੈ, ਚਾਹੇ ਕੋਈ ਦਰਖਤ ਨੇ, ਚਾਹੇ ਇਨਸਾਨ ਹੈ, ਸਾਰਿਆਂ ਦੇ ਵਿੱਚ ਉਹੀ ਇੱਕੋ ਹੀ ਪਰਮਾਤਮਾ ਜਿਹੜਾ ਉਹ ਕੰਮ ਕਰਦਾ ਹੈ। ਦੋ ਨਹੀਂ ਹੈ, ਵੱਖਰੇ ਵੱਖਰੇ ਨਹੀਂ ਹੈ, ਇੱਕੋ ਹੀ ਕੰਮ ਕਰ ਰਿਹਾ। ਤੇ ਗੁਰੂ ਸਾਹਿਬ ਬਾਬਾ ਫਰੀਦ ਸਾਹਿਬ ਸਾਨੂੰ ਸਮਝਾਉਂਦੇ ਆ, ਭਾਈ ਵੀ ਜੇ ਉਸ ਮਾਲਕ ਦੇ ਨਾਲ ਸਾਂਝ ਪਾਉਣੀ ਹੈ, ਭਾਵ ਕਿ ਤੂੰ ਆਪਣੇ ਆਪ ਨਾਲ ਸਾਂਝ ਪਾਉਣੀ ਹੈ, ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਕਿਸੇ ਦਾ ਦਿਲ ਨਾ ਤੋੜ ਦੇ। ਜੇ ਕਿਸੇ ਦਾ ਦਿਲ ਤੋੜਤਾ, ਭਾਵ ਕਿ ਰੱਬ ਤੋੜਤਾ। ਜੇ ਕਿਸੇ ਦਾ ਦਿਲ ਤੋੜਤਾ, ਭਾਵ ਕਿ ਰੱਬ ਤੋੜਤਾ। ਸਾਰਿਆਂ ਦੇ ਵਿੱਚ ਉਹੀ ਹੈ। ਤੇ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਬਾਬਾ ਫਰੀਦ ਸਾਹਿਬ ਕਹਿੰਦੇ ਸਭਨਾ ਮਨ ਮਾਣਕ, ਮਾਣਕ ਹੁੰਦਾ ਮੋਤੀ ਹੀਰੇ। ਕਹਿੰਦੇ ਸਾਰਿਆਂ ਦੇ ਜਿਹੜੇ ਮਨ ਨੇ ਨਾ, ਸਾਰਿਆਂ ਦੇ ਕਹਿੰਦੇ ਉਹ ਮੋਤੀਆਂ ਵਰਗੇ ਨੇ, ਮੋਤੀਆਂ ਵਰਗੇ। ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ। ਠਾਹਣ ਦਾ ਭਾਵ ਹੁੰਦਾ ਢਾਉਣਾ। ਜਿਵੇਂ ਅਸੀਂ ਪੁਰਾਣਾ ਮਕਾਨ ਹੁੰਦਾ ਉਹਨੂੰ ਢਾਹ ਦਿੰਦੇ ਆ, ਉੱਥੇ ਨਵਾਂ ਬਣਾ ਦਿੰਦੇ ਆ। ਗੁਰੂ ਸਾਹਿਬ ਕਹਿੰਦੇ ਇਹ ਜਿਹੜਾ ਮਨ ਹੈ ਇਹ ਤੇ ਹਮੇਸ਼ਾ ਹੀ ਨਵਾਂ ਹੈ, ਇਹ ਹਮੇਸ਼ਾ ਹੀ ਨਵਾਂ ਹੈ। ਇਹਦੇ ਵਿੱਚ ਵਿਚਾਰ ਨਵੇਂ ਭਰਦੇ ਰਹੋ, ਵਿਚਾਰ ਨਵੇਂ ਇਹਦੇ ਵਿੱਚ ਭਰਦੇ ਰਹੋ, ਇਹ ਹਮੇਸ਼ਾ ਹੀ ਨਵਾਂ ਹੈ। ਜਿਹਨੂੰ ਗੁਰੂ ਸਾਹਿਬ ਕਹਿੰਦੇ ਸਤਿਗੁਰ ਮੇਰਾ ਨੀਤ ਨਵਾ, ਉੱਤੇ ਨਵਾਂ ਹੈ। ਅਸੀਂ ਨਵਾਂ ਸਿੱਖਦੇ ਰਹੀਏ, ਨਵਾਂ ਸਿੱਖਦੇ ਰਹੀਏ, ਅਸੀਂ ਵੀ ਨਵੇਂ ਆ। ਜਦੋਂ ਅਸੀਂ ਸਿੱਖਣਾ ਬੰਦ ਕਰ ਦਿੰਦੇ ਆ, ਅਸੀਂ ਪੁਰਾਣੇ ਆ। ਮਨ ਹਮੇਸ਼ਾ ਨਵਾਂ ਹੈ। ਪੁਰਾਣੇ ਮਕਾਨ ਨੂੰ ਢਾਹ ਕੇ ਉਹਦੀ ਜਗ੍ਹਾ ਤੇ ਨਵਾਂ ਬਣਾਇਆ ਜਾ ਸਕਦਾ ਹੈ, ਪਰ ਇਹ ਜਿਹੜਾ ਮਨ ਹੈ ਇਹਨੂੰ ਨਹੀਂ ਢਾਹਿਆ ਜਾਂਦਾ। ਤਾਂ ਗੁਰੂ ਸਾਹਿਬ ਕਹਿੰਦੇ ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ। ਕਹਿੰਦੇ ਇਹਨੂੰ ਨਹੀਂ ਢਾਉਣਾ ਭਾਈ, ਉੱਕਾ ਹੀ ਨਹੀਂ ਕਹਿੰਦੇ ਇਹਨੂੰ। ਮਚੰਗਵਾ ਦਾ ਭਾਵ ਹੁੰਦਾ ਚੰਗਾ ਨਹੀਂ ਕਹਿੰਦੇ। ਕਿਸੇ ਦਾ ਦਿਲ ਤੋੜਨਾ ਉਹ ਚੰਗਾ ਕੰਮ ਥੋੜਾ ਹੀ। ਕਹਿੰਦੇ ਕਿਸੇ ਦਾ ਦਿਲ ਨਾ ਤੋੜੋ। ਜਦੋਂ ਦਿਲ ਤੋੜਤਾ ਭਾਵ ਰੱਬ ਤੋੜਤਾ ਤੁਸੀਂ। ਅਸੀਂ ਇਸ ਗੱਲ ਨੂੰ ਭੁੱਲ ਗਏ ਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੂੰ ਮਿਲਣਾ ਹੈ ਨਾ, ਜੇ ਤੂੰ ਮਿਲਣਾ ਹੈ ਰੱਬ ਨੂੰ, ਤਾਂ ਜਿਹੜਾ ਦਿਲ ਹੈ ਕਿਸੇ ਦਾ ਉਹਨੂੰ ਤੋੜੀ ਨਾ, ਤੇ ਆਪਣੇ ਆਪ ਨਾਲ ਸਾਂਝ ਪਾ ਲੈ।
जदों तेरी अपने आप नाल सांझ पैगी, गुरु तो लैके विचार इकमिक हो गया, ਉਹਦੇ ਵਿੱਚ परमात्मा दे विच इकमिक हो गया। जे तो पिरिया दी सिक हियाओ ना ठाहे कही दा। जे तेनू कहते मिलन दी चन्न है ना तांग है तो दिल ना तोड़ी, दिल ना तोड़ी। असी इस चक्कर च पै गए भी रब एक वखरा है, इंसान एक वखरा है। नहीं भाई, वो तो सारियां दे विच है, सारियां दे विच ओही काम कर रहे हैं, ओही सारियां दे विच। ਸਾਰਿਆਂ ਦੇ ਵਿੱਚ ਉਹੀ ਕੰਮ ਕਰਦਾ, ਉਹਦੇ ਤੋਂ ਬਿਨਾਂ ਨਹੀਂ ਕੁਝ ਹੋਇਆ। ਜੇ ਅਸੀਂ ਸੋਚੀਏ ਨਾ ਵੀ ਸਾਡੇ ਅੰਦਰ ਉਹ ਹੈ ਨਹੀਂ, ਅਸੀਂ ਬਾਹਰੋਂ ਭਾਲ ਕੇ ਲਿਆਈਏ, ਤਾਂ ਇਦਾਂ ਨਹੀਂ ਗੱਲ ਬਣਨੀ। ਸਾਡੇ ਅੰਦਰ ਇੱਕ ਭੁਲੇਖਾ ਪੈ ਗਿਆ ਭਾਈ, ਇਹ ਜਿਹੜਾ ਭੁਲੇਖਾ ਪੈ ਗਿਆ ਇਹ ਸਾਨੂੰ ਕੱਢਣਾ ਪੈਣਾ ਹੈ। ਜਿੰਨਾ ਚਿਰ ਇਹ ਭੁਲੇਖੇ ਨੂੰ ਅਸੀਂ ਕੱਢਦੇ ਨਹੀਂ, ਉਹਨਾਂ ਚਿਰ ਅਸੀਂ ਚੱਕਰ 'ਚ ਪਏ ਹੋਏ। ਭੁਲੇਖਾ ਪੈ ਗਿਆ ਵੀ ਰੱਬ ਕਿਤੇ ਵੱਖਰਾ ਹੈ। ਕਈਆਂ ਨੇ ਕਿਹਾ ਰੱਬ ਇੱਕ ਮੂਰਤ 'ਚ ਹੈ, ਤੇ ਅਸੀਂ ਵੀ ਸਮਝ ਲਿਆ ਵੀ ਰੱਬ ਇੱਕ ਕੱਲਾ ਗੁਰਦੁਆਰੇ 'ਚ ਹੈ। ਕਈਆਂ ਨੇ ਸਮਝ ਲਿਆ ਮੂਰਤ 'ਚ ਹੈ ਰੱਬ, ਤੇ ਕਈਆਂ ਨੇ ਸਮਝ ਲਿਆ ਦੱਖਣ ਵਾਲੇ ਪਾਸੇ ਹੈ, ਕਈਆਂ ਨੇ ਸਮਝ ਲਿਆ ਕਿ ਰੱਬ ਪੂਰਬ ਵਾਲੇ ਪਾਸੇ ਹੈ। ਨਹੀਂ ਭਾਈ, ਰੱਬ ਤੇ ਸਾਰੇ ਪਾਸੇ ਹੈ। ਜਿੱਥੇ ਵੀ ਅਸੀਂ ਨਿਗਾਹ ਮਾਰਾਂਗੇ ਰੱਬ ਤੇ ਉੱਥੇ ਹੀ ਹੈ। ਰੱਬ ਸਾਰੇ ਪਾਸੇ ਹੈ, ਸਿਰਫ ਤੇ ਸਿਰਫ ਅਸੀਂ ਦੇਖਣ ਦਾ ਨਜ਼ਰੀਆ ਬਦਲੀਏ। ਉੱਚਿਆਂ 'ਚ ਨੀਵਿਆਂ 'ਚ ਸਾਰਿਆਂ 'ਚ ਉਹੀ ਵਸਦਾ, ਇੱਕੋ ਹੀ ਹੈ, ਵੱਖਰਾ ਨਹੀਂ ਹੈ ਕੋਈ। ਅਸੀਂ ਭੁਲੇਖੇ 'ਚ ਪੈ ਕੇ ਕਿਤੇ ਹੋਰ ਸਮਝ ਲਿਆ ਵੀ ਅਸੀਂ ਰੱਬ ਨੂੰ ਉੱਥੋਂ ਮਿਲਣ ਜਾਣਾ। ਤੇ ਜਦੋਂ ਅਸੀਂ ਭਗਤ ਕਬੀਰ ਸਾਹਿਬ ਜੀਆਂ ਦੇ ਬਚਨ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ, ਪਾਤੀ ਤੋਰੈ ਮਲ ਦੀ, ਪਾਤੀ ਪਾਤੀ ਜੀਓ। पाती तोरै मल पाती पाती जियो। जियो दा भाव हुंदा जिंद।
ਤੇ ਭਗਤ ਕਬੀਰ ਸਾਹਿਬ ਜੀਆਂ ਨੇ ਸਾਨੂੰ ਸਮਝਾਇਆ ਭਾਈ ਵੀ ਜਿਹੜੀ ਦਰਖਤ ਹੈ ਜਿਹੜਾ ਉਹਦੇ ਪੱਤੇ ਪੱਤੇ ਦੇ ਵਿੱਚ ਉਹ ਵਸਦਾ ਹੈ ਤਾਂ ਉਹ ਹਰੇ ਭਰੇ ਨੇ, ਤਾਂ ਉਹ ਸਾਨੂੰ ਆਕਸੀਜਨ ਵੰਡਦੇ ਨੇ। ਪਾਤੀ ਤੋੜੈ ਮਾਲਨੀ, ਪਾਤੀ ਪਾਤੀ ਜੀਓ। ਹੁਣ ਭੁੱਲ ਕੇ ਨਾ ਇਨਸਾਨ ਭੁੱਲ ਕੇ ਦਰਖਤ ਨੂੰ ਤੋੜਦਾ, ਉਹ ਤੇ ਸਾਨੂੰ ਜਿਉਂਦਾ ਰੱਖਦਾ, ਆਕਸੀਜਨ ਦਿੰਦਾ। ਜੇ ਆਕਸੀਜਨ ਨਾ ਹੋਵੇ ਅਸੀਂ ਸਾਹ ਕਿਵੇਂ ਲਵਾਂਗੇ? ਸਾਨੂੰ ਸਾਹ ਲੈਣ ਚ ਔਖ ਹੈ, ਬਹੁਤ ਔਖ ਹੈ। ਪਰ ਜਿਹੜੇ ਦਰਖਤ ਨੇ ਇਹ ਸਾਨੂੰ ਆਕਸੀਜਨ ਵੰਡਦੇ ਨੇ ਤੇ ਅਸੀਂ ਕਿਸੇ ਹੋਰ ਨੂੰ ਖੁਸ਼ ਕਰਨ ਦੇ ਬਾਬਤ ਅਸੀਂ ਦਰਖਤਾਂ ਨੂੰ ਤੋੜ ਰਹੇ ਹਾਂ, ਉਹਦੇ ਫੁੱਲਾਂ ਨੂੰ ਤੋੜ ਰਹੇ ਹਾਂ, ਉਹਦੀਆਂ ਟਾਹਣੀਆਂ ਨੂੰ ਤੋੜ ਰਹੇ ਹਾਂ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਲਣ ਜਿਹੜੀ ਸੀ ਨਾ ਉਹ ਭੁੱਲ ਗਈ ਵੀ ਇਹਦੇ ਵਿੱਚ ਰੱਬ ਨਹੀਂ ਹੈ। ਮੈਂ ਇਹ ਤੋਂ ਫੁੱਲ ਤੋੜ ਕੇ ਜਿਹੜੀ ਮੂਰਤ ਦੇ ਅੱਗੇ ਫੁੱਲ ਭੇਟਾ ਕਰਨੇ ਨੇ ਉਹ ਮੂਰਤ ਦੇ ਵਿੱਚ ਰੱਬ ਹੈ, ਭੁੱਲ ਗਈ। ਅਸੀਂ ਵੀ ਇਹੀ ਗੱਲ ਆਪਣੇ ਪੱਲੇ ਬੰਨ ਲਏ ਵੀ ਫੁੱਲ ਤੋੜ ਲਈਏ, ਫੁੱਲ ਤੋੜ ਕੇ ਅਸੀਂ ਇੱਕ ਮੂਰਤ ਦੇ ਅੱਗੇ ਰੱਖੀਏ, ਉੱਥੋਂ ਸਾਨੂੰ ਸਾਰਾ ਕੁਝ ਮਿਲ ਜਾਣਾ। ਫੁੱਲ ਰੱਖਣ ਦੇ ਨਾਲ ਕੁਝ ਨਹੀਂ ਮਿਲਣਾ। ਜਦੋਂ ਅਸੀਂ ਗੁਰਬਾਣੀ ਪੜ੍ਹੀ ਨਾ, ਗੁਰਬਾਣੀ ਨੂੰ ਵਿਚਾਰਿਆ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਤੀ ਤੋੜੈ ਮਾਲਨੀ, ਕਹਿੰਦੇ ਉਹਨੇ ਪੱਤੀਆਂ ਤੋੜ ਲਈਆਂ ਵੀ ਮੈਂ ਆਪਣੇ ਦੇਵਤਿਆਂ ਨੂੰ ਖੁਸ਼ ਕਰਨ ਦੇ ਬਾਬਤ ਮੈਂ ਫੁੱਲ ਉੱਥੇ ਲੈ ਕੇ ਜਾਣੇ ਨੇ, ਪੱਤੀਆਂ ਉੱਥੇ ਲੈ ਕੇ ਜਾਣੀਆਂ ਨੇ। ਤਾਂ ਉਹ ਭੁੱਲ ਗਈ ਵੀ ਪਾਤੀ ਪਾਤੀ ਜੀਓ, ਵੀ ਇਹਦੇ ਤੇ ਪੱਤੇ ਪੱਤੇ ਦੇ ਵਿੱਚ ਜਿੰਦ ਹੈ, ਜਿਹੜਿਆਂ ਨੂੰ ਮੈਂ ਤੋੜਿਆ, ਜਿਹੜੇ ਪੱਤਿਆਂ ਨੂੰ ਮੈਂ ਤੋੜਿਆ, ਜਿਹੜੇ ਫੁੱਲਾਂ ਨੂੰ ਮੈਂ ਤੋੜਿਆ, ਉਹਦੇ ਤੇ ਸਾਰੇ ਚ ਜਿੰਦ ਹੈ। ਤਾਂ ਉਹ ਹਰੇ ਭਰੇ ਨੇ, ਤਾਂ ਵੱਧ ਰਹੇ ਨੇ, ਤਾਂ ਉਹ ਸਾਨੂੰ ਖੁਸ਼ਬੂ ਵੰਡਦੇ ਨੇ, ਤਾਂ ਉਹ ਸਾਨੂੰ ਆਕਸੀਜਨ ਵੰਡਦੇ ਨੇ, ਤਾਂ ਉਹ ਸਾਨੂੰ ਛਾਂ ਵੰਡਦੇ ਨੇ। ਛਾਂ ਵੀ ਤੇ ਉਹੀ ਦਿੰਦੇ ਨੇ ਦਰਖਤ। ਹੁਣ ਦਰਖਤ ਦੀ ਛਾਂ ਹੇਠਾਂ ਅਸੀਂ ਬੈਠ ਜਾਈਏ, ਮਨ ਸ਼ਾਂਤ ਹੋ ਜਾਂਦਾ, ਠੰਡਕ ਹੈ। ਭੁੱਲ ਕੇ ਪੱਤੇ ਤੋੜ ਲਏ, ਫੁੱਲ ਤੋੜ ਲਏ ਵੀ ਮੈਂ ਦੇਵਤੇ ਨੂੰ ਚੜਾਉਣ ਜਾਣਾ। ਪਰ ਇਹ ਨਹੀਂ ਚੇਤਾ ਵੀ ਇਹਦੇ ਵਿੱਚ ਜਿੰਦ ਹੈ, ਜਿਹੜਾ ਨੂੰ ਤੋੜਿਆ। ਜਿਸ ਪਾਹਨ ਕੋ ਪਾਤੀ ਤੋੜੈ ਸੋ ਪਾਹਨ ਨਿਰਜੀਓ। ਭਗਤ ਕਬੀਰ ਜੀ ਕਹਿੰਦੇ ਜਿਸ ਪਾਹਨ ਕੋ ਪਾਤੀ ਤੋੜੈ, ਕਹਿੰਦੇ ਜਿਹੜੇ ਪੱਥਰ ਵਾਸਤੇ ਨਾ ਤੂੰ ਪੱਤੇ ਤੋੜੇ ਨੇ, ਜਿਸ ਪਾਹਨ ਕੋ ਪਾਤੀ ਤੋੜੈ ਸੋ ਪਾਹਨ ਨਿਰਜੀਓ, ਕਹਿੰਦੇ ਉਹ ਤੇ ਨਿਰਜਿੰਦ ਹੈ। ਉਹ ਨਿਰਜਿੰਦ ਕਿਵੇਂ ਹੈ ਜੀ? ਹੁਣ ਇੱਕ ਪੱਥਰ ਪਿਆ ਵੱਡਾ ਸਾਰਾ, ਉੱਥੋਂ ਦੀ ਕੋਈ ਕਾਰੀਗਰ ਲੰਘਿਆ, ਉਹਨੇ ਵੇਖਿਆ ਬੜਾ ਸੋਹਣਾ ਪੱਥਰ ਹੈ, ਇਹਦਾ ਕੀ ਕੀਤਾ ਜਾਵੇ? ਇਹਦੀ ਮੂਰਤੀ ਘੜ ਦਿੰਦੇ ਆ। ਮੂਰਤੀਕਾਰ ਸੀ, ਮੂਰਤੀਕਾਰ ਸੀ, ਉਹਨੇ ਘੜ ਘੜ ਕੇ ਮੂਰਤ ਬਣਾ। ਮੂਰਤ ਤੇ ਉਹਦੇ ਵਿੱਚ ਪਹਿਲਾਂ ਹੀ ਸੀ,
बस जिहड़ा फालतू पत्थर सी वो तारता उन्हें, जिहड़ा फालतू पत्थर सी ना वो तारता। इसे तरह ही असीं गुरु कोल आउणा भी सच्चे पातशाह सानू भी तराश दो तुसीं, साडे ते भी जिहड़ा माड़ा पत्थर साडे शरीर ते लगे है, काम क्रोध लोभ मोह हंकार विषे सानू तंग करदे ने, इन्हां नू सच्चे पातशाह जी तार के साडे अंदरों मूरत प्रगट कर दिओ। जिन्ना चिर असीं अपने विचार नहीं बदलदे उन्ना चिर साडे अंदर मूरत नहीं, उन्ना चिर ते असीं पशु हां। जिन्ना चिर साडे विचार माड़े ने, जिन्ना चिर साडे विचार माड़े ने उन्ना चिर ते असीं पशु हां। जदों साडे विचार वधिया बन गए उदों असीं इंसान, उदों असीं इंसान। हुण धर्म ने वखरे वखरे धर्म ने, कोई हिंदू है, कोई मुसलमान है, कोई सिख है, कोई ईसाई है, कोई जैनी है, कोई बोधी है। सारे है ते इंसान जे अपने विचार वधिया बना लैण, जे विचार वधिया बना लैण सारी इंसान। जे विचार माड़े ने ते सारी पशु। करतूत पशु की मानस जात, करतूतां ते साडियां पशुआं वालियां ने भाई, असीं ओह बदलने अपने अंदरों, असीं अपने अंदरों ओह बदलना, असीं गुरु ग्रंथ साहिब महाराज जी दे विचों ज्ञान लैना। ਜਿਹੜੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਨੇ ਉਹ ਗੀਤਾ ਪੜ੍ਹਨ, ਉਹਦੇ ਵਿੱਚੋਂ ਗਿਆਨ ਲੈਣ। ਜਿਹੜੇ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੇ ਨੇ ਉਹ ਕੁਰਾਨ ਸ਼ਰੀਫ ਪੜ੍ਹਨ, ਉਹਦੇ ਵਿੱਚੋਂ ਗਿਆਨ ਲੈਣ। ਪਰ ਜੇ ਅਸੀਂ ਕਹੀਏ ਨਾ ਵੀ ਅਸੀਂ ਆਪਣੇ ਧਰਮ ਦੇ ਜਿਹੜੇ ਗ੍ਰੰਥ ਨੇ ਉਹ ਤੇ ਪੜ੍ਹਨੇ ਨਹੀਂ, ਵੀ ਅਸੀਂ ਪੱਥਰ ਨੂੰ फुल चढ़ा के असीं अपने विचार बदल लांगे। गुरु साहब कहंदे भाई ओ जेड़े फुल तोड़े ने उन्हां दे विच ते जिंद है, जिन्हां दे अगे तू रखण लगे है, जिन्हां दे अगे रखण लगे है उन्हां च जिंद नहीं है। हुण कारीगर जेड़ा सी ओने उस पत्थर नूं घड़ के ਉਹਦੇ ਵਿੱਚੋਂ ਮੂਰਤ ਪੈਦਾ ਕਰਤੀ, ਮੂਰਤ ਪ੍ਰਗਟ ਕਰਤੀ। ਜਦੋਂ ਮੂਰਤ ਪ੍ਰਗਟ ਕਰਕੇ ਉਹਨੇ ਇੱਕ ਪੱਥਰ ਤੇ ਰੱਖਤਾ ਨਾਲੀ ਦੇ ਉੱਤੇ, ਵੱਡਾ ਦੋ ਪੱਥਰ ਸੀ, ਇੱਕ ਨਾਲੀ ਦੇ ਉੱਤੇ ਰੱਖਤਾ, ਇੱਕ ਨੂੰ ਆਸਣ ਲਾ ਕੇ ਜਿਹਨੂੰ ਮੂਰਤ ਬਣਾਤਾ ਸੀ ਉਹਨੂੰ ਆਸਣ ਬਣਾ ਕੇ ਉੱਚੇ ਰੱਖ। ਹੁਣ ਉਹਦੀ ਕਾਰੀਗਰ ਉਹਨੇ ਕੰਮ ਲੈ ਲਿਆ ਉਹਦੇ, ਪਰ ਇੱਕ ਕਵੀ ਲੰਘਿਆ, ਕਵੀ ਉਹ ਸਵੇਰੇ ਵੀ ਲੰਘਿਆ, ਪੱਥਰ ਪਏ ਸੀ ਦੋਨੋਂ, ਤੇ ਜਦੋਂ ਸ਼ਾਮ ਨੂੰ ਆਇਆ ਉਦੋਂ ਇੱਕ ਪੱਥਰ ਨਾਲੀ ਦੇ ਉੱਤੇ ਹੈ, ਇੱਕ ਦੀ ਲੋਕ ਪੂਜਾ ਕਰ ਰਹੇ ਨੇ। ਉਹ ਜਿਹੜਾ ਕਵੀ ਸੀ ਉਹਦੇ ਬੋਲ ਸੀ, ਕਹਿੰਦਾ ਐ ਬੱਤੋ ਤਰੱਕੀ इसी को कहते हैं, ऐ बुत्तो तरक्की इसी को कहते हैं। तराशे ना थे तो पत्थर थे, जब तराशे तो भगवान बन गए। कहते फिर रस्ते च किते ब्रेक नहीं लगी, सीधा पत्थर तो भगवान बन गया, पत्थर तो सीधा भगवान। ते गुरु साहब कहते भाई समझ ले लै, इथों समझ ले लै। कहते जिवें एक पत्थर नूं घड़ के
ਉਹਨੂੰ ਭਗਵਾਨ ਦਾ ਦਰਜਾ ਮਿਲ ਗਿਆ। ਇਸੇ ਤਰ੍ਹਾਂ ਹੀ ਤੂੰ ਆਪਣੇ ਆਪ ਨੂੰ ਘੜ ਲੈ, ਗੁਰੂ ਦੇ ਨਾਲ ਲੱਗ ਕੇ ਨਾ ਆਪਣੇ ਆਪ ਨੂੰ ਘੜ ਲੈ, ਤੈਨੂੰ ਵੀ ਵੱਡਾ ਦਰਜਾ ਮਿਲ ਜਾਣਾ। ਆਪਣੇ ਆਪ ਨੂੰ ਘੜ ਲੈ। ਘੜੀ ਹੈ ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ ਜਿੱਥੇ ਇਨਸਾਨ ਨੂੰ ਘੜਿਆ ਗਿਆ, ਮਨੁੱਖ ਨੂੰ, ਜਿੱਥੇ ਵਿਚਾਰ ਬਦਲੇ ਜਾਂਦੇ ਨੇ। ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਅਮਲ ਕਰਕੇ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ। ਅਸੀਂ ਵੀ ਉੱਚੇ ਹੋ ਸਕਦੇ ਹਾਂ। ਜੇ ਨਹੀਂ ਅਸੀਂ ਬਦਲਾਂਗੇ ਆਪਣੇ ਆਪ ਨੂੰ ਤਾਂ ਅਸੀਂ ਵੀ ਪਸ਼ੂ ਹਾਂ, ਅਸੀਂ ਵੀ ਇੱਕ ਪੱਥਰ ਦੀ ਤਰ੍ਹਾਂ। ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਕਹਿੰਦੇ ਜਿਹੜੇ ਪੱਥਰ ਵਾਸਤੇ ਮਾਲਣ ਨੇ ਫੁੱਲ ਤੋੜੇ, ਉਹ ਵਿਚਾਰੀ ਨੂੰ ਪਤਾ ਨਹੀਂ ਸੀ, ਭੁਲੇਖੇ ਚ ਆ ਗਈ ਵੀ ਇਹਦੇ ਵਿੱਚ ਖਬਰ ਨਹੀਂ ਜਿੰਦ ਹੈ ਜਿਹਦੇ ਅੱਗੇ ਮੈਂ ਫੁੱਲ ਰੱਖੇ ਨੇ। ਪਰ ਨਹੀਂ ਭਾਈ, ਜਿਹੜੇ ਫੁੱਲ ਨੇ ਉਹਨਾਂ 'ਚ ਜਿੰਦ ਹੈ, ਉਹਨਾਂ 'ਚ ਜਾਨ ਹੈ, ਪਰ ਜਿਹਦੇ ਅੱਗੇ ਰੱਖੇ ਨੇ ਉਹਦੇ ਵਿੱਚ ਜਿੰਦ ਨਹੀਂ ਹੈ, ਉਹਦੇ ਵਿੱਚ ਜਾਨ ਨਹੀਂ ਹੈ, ਉਹ ਤੇ ਪੱਥਰ ਹੈ। ਅਸੀਂ ਵੀ ਤੇ ਭੁੱਲੇ ਫਿਰਦੇ ਹਾਂ। ਅਸੀਂ ਕੀ ਭੁੱਲੇ ਫਿਰਦੇ ਹਾਂ? ਅਸੀਂ ਵੱਡੇ ਭੁਲੇਖੇ ਚ ਆ ਗਏ। ਅਸੀਂ ਕਾਹਦੇ ਭੁਲੇਖੇ ਚ? ਗੁਰੂ ਸਾਹਿਬ ਨੇ ਸਾਨੂੰ ਸਮਝਾਇਆ। ਗੁਰੂ ਸਾਹਿਬ ਕਹਿੰਦੇ ਜੀਵਤ ਪਿੱਤਰ ਨਾ ਮਾਨੈ ਕੋਊ, ਮੂਏ ਸਰਾਧ ਕਰਾਹੀ। ਜਿਉਂਦਿਆਂ ਨੂੰ ਤੇ ਕਹਿੰਦੇ ਪੁੱਛਿਆ ਨਹੀਂ ਪਾਣੀ, ਜਿਉਂਦਿਆਂ ਨੂੰ ਤੇ ਪੁੱਛਿਆ ਨਹੀਂ ਪਾਣੀ, ਮਰਨ ਤੋਂ ਬਾਅਦ ਖੀਰ ਕੜਾਹ ਕਰਕੇ ਸਰਾਧ ਕਰਾਏ। ਕਹਿੰਦੇ ਫਾਇਦਾ ਕੋਈ ਉਹਦਾ? ਕੋਈ ਫਾਇਦਾ ਨਹੀਂ ਭਾਈ। ਤੇ ਗੁਰੂ ਸਾਹਿਬ ਨੇ ਕਿਹਾ ਜੀਵਤ ਪਿੱਤਰ ਨਾ ਮਾਨੈ ਕੋਊ। ਕਹਿੰਦੇ ਜਿਉਂਦਿਆਂ ਨੂੰ ਤੇ ਰੋਟੀ ਨਹੀਂ ਦਿੱਤੀ, ਬਿਰਧ ਆਸ਼ਰਮ ਬਣਾਤੇ, ਕਹਿੰਦੇ ਉੱਥੇ ਛੱਡਿਓ। ਜੀਵਤ ਪਿੱਤਰ ਨਾ ਮਾਨੈ ਕੋਊ, ਮੂਏ ਮਰਨ ਤੋਂ ਬਾਅਦ ਮੂਏ ਸਰਾਧ ਕਰਾਏ। ਫਾਇਦਾ ਕਹਿੰਦੇ ਕੋਈ ਉਹਦਾ? ਕਹਿੰਦੇ ਜੀ ਬਾਪੂ ਵਾਸਤੇ ਕੱਪੜੇ ਦੇਣੇ ਨੇ, ਬਾਪੂ ਦੇ ਨਾਂ ਦੇ ਕੱਪੜੇ ਦੇਣੇ ਨੇ। ਕਹਿੰਦੇ ਪਹਿਲਾਂ ਕਹਿੰਦੇ ਦਿੱਤੇ ਨਹੀਂ, ਜਦੋਂ ਉਹਦੇ ਵਿੱਚ ਜਿੰਦ ਸੀ, ਉਹਦੇ ਵਿੱਚ ਜਾਨ ਸੀ, ਉਦੋਂ ਤੇ ਦਿੱਤੇ ਨਹੀਂ। ਕਹਿੰਦੇ ਹੁਣ ਚੱਕੀ ਫਿਰਦਾ ਕੱਪੜੇ ਵੀ ਮੇਰੇ ਬਾਪੂ ਤੱਕ ਉੱਥੇ ਪਹੁੰਚ ਜਾਣਾ। ਕਹਿੰਦੇ ਉਹਦਾ ਫਾਇਦਾ ਕੋਈ ਭਾਈ? ਉਹ ਤੇ ਬੇਅਰਥ ਹੈ, ਉਹ ਤੇ ਬੇਅਰਥ ਹੈ। ਜਦੋਂ ਇਨਸਾਨ ਇਸ ਸੰਸਾਰ ਚੋਂ ਇੱਕ ਵਾਰੀ ਚੱਲ ਗਿਆ, ਆਪਾਂ ਨੇ ਅੰਤਮ ਅਰਦਾਸ ਕਰਾਤੀ। ਅੰਤਮ ਅਰਦਾਸ ਗੁਰੂ ਸਾਹਿਬ ਦੇ ਸਨਮੁਖ ਖੜ ਕੇ ਅਸੀਂ ਨੇ ਕਿਹਾ ਵੀ ਅੰਤਮ ਅਰਦਾਸ 10 ਮਹੀਨਿਆਂ ਬਾਅਦ ਫਿਰ ਅਸੀਂ ਉਹੀ ਕੰਮਾਂ 'ਚ ਵੀ ਬਾਪੂ ਦੇ ਨਿਮਿੱਤ ਕਰਾ ਰਹੇ ਹਾਂ। ਆਪਣੇ ਘਰ ਚਾਹੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਹੀਨੇ ਬਾਅਦ ਲੈ ਜਾਈਏ, ਚਾਹੇ 2 ਮਹੀਨਿਆਂ ਬਾਅਦ ਲੈ ਜਾਈਏ ਆਪਣੇ ਘਰ, ਪਰ ਉਹਦੇ ਵਿੱਚ ਇਹ ਨਾ ਹੋਵੇ ਵੀ ਅਸੀਂ ਬਾਪੂ ਦੇ ਨਿਮਿੱਤ ਲੈ ਜਾ ਰਹੇ ਹਾਂ। ਅੰਤਮ ਅਰਦਾਸ ਤੇ ਹੋ ਗਈ, ਫਿਰ ਕਾਹਦੇ ਵਾਸਤੇ ਭਾਈ? ਪਹਿਲਾਂ ਤੇ ਚਾਹ ਨਹੀਂ ਪੁੱਛੀ,
ਹੁਣ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹਦਾ ਕੀ ਫਾਇਦਾ? ਉਹਦਾ ਕੋਈ ਫਾਇਦਾ ਨਹੀਂ। ਜਦੋਂ ਅਸੀਂ ਗੁਰਬਾਣੀ ਤੋਂ ਪੜ੍ਹਦੇ ਹਾਂ ਨਾ ਸ਼ਬਦ, ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਈ, ਉੱਥੇ ਗੁਰੂ ਸਾਹਿਬ ਕਹਿੰਦੇ ਐ ਸਰ ਜੀਓ ਘਟ ਹੈ ਨਿਰਜੀਓ ਪੂਜੈ ਅੰਤ ਕਾਲ ਕੋ ਭਾਰੀ। ਕਹਿੰਦੇ ਜਿਨ੍ਹਾਂ ਚ ਜਿੰਦ ਹੈ ਉਹਨਾਂ ਦੇ ਤਾਂ ਸਿਰ ਕੱਟਦੇ ਆ। ਹੁਣ ਦੀਵਾਲੀਆਂ ਲੰਘਦੀਆਂ ਨੇ, ਉਦੋਂ ਬਥੇਰੇ ਮੁਰਗੇ ਵੱਢਦੇ ਨੇ ਲੋਕ। ਜਦੋਂ ਪੁੱਤ ਦੀ ਲੋਹੜੀ ਹੁੰਦੀ ਆ ਉਦੋਂ ਬਥੇਰੇ ਮੁਰਗੇ ਵੱਢਦੇ ਨੇ ਲੋਕ। ਤੇ ਗੁਰੂ ਸਾਹਿਬ ਕਹਿੰਦੇ ਸਰ ਜੀਓ ਘਟ ਹੈ, ਕਹਿੰਦੇ ਜਿਨ੍ਹਾਂ ਚ ਜਿੰਦ ਹੈ ਉਹਨਾਂ ਨੂੰ ਤਾਂ ਕੱਟਤਾ। ਨਿਰਜੀਓ ਪੂਜੈ, ਕਹਿੰਦੇ ਜਿਹਦੇ ਜਿੰਦ ਨਹੀਂ ਉਹਨਾਂ ਨੂੰ ਪੂਜਦੇ ਆ। ਭੁਲੇਖਾ ਨਹੀਂ ਹੈ ਸਾਨੂੰ ਇਹ ਅਸੀਂ ਕਿੱਧਰ ਨੂੰ ਚੱਲ ਪਏ ਆ ਭਾਈ? ਤੇ ਗੁਰੂ ਸਾਹਿਬ ਕਹਿੰਦੇ ਅੰਤ ਕਾਲ ਕੋ ਭਾਰੀ, ਕਹਿੰਦੇ ਆਉਣ ਵਾਲਾ ਜਿਹੜਾ ਸਮਾਂ ਇਹਨੂੰ ਤੂੰ ਖਰਾਬ ਕਰ ਰਹੇ ਭਾਈ, ਆਪਣੇ ਸਮੇਂ ਨੂੰ ਵਧੀਆ ਬਣਾ ਲੈ। ਕਹਿੰਦੇ ਪੁੱਠੇ ਕੰਮਾਂ 'ਚ ਨਾ ਪੈ। ਆਪਣਾ ਆਉਣ ਵਾਲਾ ਸਮਾਂ ਜਿਹੜੇ ਤੇਰੇ ਕੋਲ 2 ਸਾਲ 10 ਸਾਲ 5 ਸਾਲ ਜਿੰਨਾ ਕੁ ਸਮਾਂ ਤੇਰੇ ਕੋਲ ਹੈ ਉਹਨੂੰ ਕਹਿੰਦੇ ਵਧੀਆ ਬਣਾ ਲੈ। ਆਪ ਪੁੱਠੇ ਕੰਮਾਂ 'ਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰ। ਗੁਰੂ ਸਾਹਿਬ ਕਹਿੰਦੇ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਕਹਿੰਦੇ ਉਹ ਚ ਜਿੰਦ ਨਹੀਂ ਹੈ ਭਾਈ, ਜਿਹਦੇ ਅੱਗੇ ਫੁੱਲ ਰੱਖਦਾ ਜਾ ਕੇ। ਭੁੱਲੀ ਮਾਲਨੀ ਹੈ ਇਹੋ, ਭਗਤ ਕਬੀਰ ਸਾਹਿਬ ਕਹਿੰਦੇ ਇੱਕ ਨਿਰਜਿੰਦ ਜਿਹਦੇ ਵਿੱਚ ਜਿੰਦ ਨਹੀਂ ਹੈ, ਉਹਦੀ ਸੇਵਾ ਕਰਕੇ ਇਹ ਮਾਲਣ ਭੁੱਲ ਗਈ। ਕਹਿੰਦੇ ਭੁੱਲ ਗਈ। ਵੱਡਾ ਭੁਲੇਖਾ ਸਾਡੇ ਮਨ 'ਚ ਪੈ ਗਿਆ, ਵੱਡਾ ਭੁਲੇਖਾ, ਵੱਡਾ ਭੁਲੇਖਾ। ਪਰ ਭਗਤ ਕਬੀਰ ਸਾਹਿਬ ਕਹਿੰਦੇ ਸਤਿਗੁਰ ਜਾਗਤਾ ਹੈ ਦਿਓ, ਕਹਿੰਦੇ ਸਾਰਿਆਂ ਤੋਂ ਵੱਡਾ ਦੇਵਤਾ ਜਿਹੜਾ ਉਹ ਤੇ ਸਤਿਗੁਰ ਹੈ, ਜਿਹੜਾ ਸਾਰਿਆਂ 'ਚ ਵਰਤਦਾ ਹੈ। ਉਹ ਉੱਚਿਆਂ 'ਚ ਵੀ ਉਹੀ ਵਰਤਦਾ, ਨੀਵਿਆਂ 'ਚ ਵੀ ਉਹੀ ਵਰਤਦਾ, ਹਰ ਥਾਂ ਤੇ ਉਹੀ ਹੈ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਕਹਿੰਦੇ ਉੱਤੇ ਸਾਰੇ ਥਾਵਾਂ ਤੇ ਵਸਦਾ ਭਾਈ। ਉਹਨੂੰ ਅਸੀਂ ਇੱਕ ਥਾਂ ਤੇ ਕਿਉਂ ਕਹਿੰਦੇ ਆ? ਉਹਨੂੰ ਅਸੀਂ ਇੱਕ ਥਾਂ ਤੇ ਕਿਉਂ ਕਹਿੰਦੇ ਆ? ਅਸੀਂ ਕਹਿੰਦੇ ਆ ਜੀ ਇੱਕ ਥਾਂ ਤੇ ਹੈ। ਹੁਣ ਇੱਕ ਥਾਂ ਤੇ ਅਸੀਂ ਗੁਰਬਾਣੀ 'ਚ ਪੜ੍ਹਦੇ ਆ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅੱਲਾ ਮੁਕਾਮਾ, ਕਹਿੰਦੇ ਪੱਛਮ ਵਾਲੇ ਪਾਸੇ ਅੱਲਾ ਵਸਦਾ ਹੈ ਤੇ ਦੱਖਣ ਵਾਲੇ ਪਾਸੇ ਰਾਮ ਵਸਦਾ, ਹਰੀ ਵਸਦਾ। ਪਰ ਨਹੀਂ ਭਾਈ, ਗੁਰੂ ਸਾਹਿਬ ਕਹਿੰਦੇ ਉੱਤੇ ਸਾਰੇ ਥਾਵਾਂ ਤੇ ਵਸਦਾ। ਅਸੀਂ ਉਹਦਾ ਇੱਕ ਹਿੱਸਾ, ਚਾਹੇ ਬੱਚਾ ਚਾਹੇ ਸਿਆਣਾ ਚਾਹੇ ਜਵਾਨ ਹੈ, ਸਾਰਿਆਂ 'ਚ ਉਹੀ ਵਸਦਾ ਹੈ। ਅਸੀਂ ਆਪਣੇ ਆਪ ਦੀ ਪਹਿਚਾਣ ਕਰੀਏ। ਜਦੋਂ ਅਸੀਂ ਆਪਣੇ ਆਪ ਦੀ ਪਹਿਚਾਣ ਕਰ ਲਏ, ਅਸੀਂ ਉਸ ਰੱਬ ਨੂੰ ਮਿਲ ਲਏ। ਦੂਜਾ ਨਹੀਂ ਹੈ ਕੋਈ, ਦੂਜਾ ਨਹੀਂ ਹੈ ਕੋਈ। ਜੇ ਅਸੀਂ ਕਹੀਏ ਨਾ ਵੀ ਰੱਬ ਕੋਈ ਹੋਰ ਹੈ, ਰੱਬ ਹੋਰ ਨਹੀਂ ਹੈ। ਅਸੀਂ ਭੁਲੇਖੇ 'ਚ ਭੁੱਲ ਗਏ ਹਾਂ। ਇੱਕ ਦਰਖਤ ਹੈ,
जे असीं उहदे कल्ले कल्ले पार्ट नूं गिणांगे फिर फुੱਲ ਅੱਡ ने, पत्ते ਅੱਡ ने, टाहणियां ਅੱਡ ने, जड़ ਅੱਡ है, कुरुंबला ਉਹਦੀਆਂ ਅੱਡ ने, ਵੱਖਰੋ ਵੱਖਰਾ हो गया। पर जदों असीं ਉਹਨੂੰ ਇੱਕ ਵੇਖਾਂਗੇ फिर वेखांगे दरख्त है सारा, सारे दा सारा दरख्त है। असीं वखरो वखरा नहीं वेखना, असीं एक वेखना। ते जदों असीं गुरबाणी चों पढ़दे हां ना शब्द, गुरु साहब कहंदे शक करूं जे दूसर होए, अल्लाह पाकन पाक है, अल्लाह पाकन पाक है, वो जिहड़ा परमात्मा तो पवित्र है। शक करूं जे दूसर होए, शक ते कहंदे तां करिए जे उहदे वर्गा कोई होर होवे, है नहीं, इक्को ही है, इक्को ही है भाई, दो नहीं भी असीं शक करिए उहदे ते भी तेरे वर्गा एक रब होर भी है। वो सानू भुलेखा है, सानू भुलेखा है। अल्लाह पाकन पाक है, शक करूं जे दूसर होए। वो ते सारियां च वसदा है, सारियां च। सतगुर जागता है दिओ, वो ते जिउंदा है सारियां च। तां करके गुरु साहब कहते सतगुर जागता है दिओ। ते हुण गुरु साहब भगत कबीर साहब सानू थोड़ा जिहा होर समझाउण दी कोशिश करदे ने। सानू समझाउण दी कोशिश कीती भगत कबीर साहब जी ने। भगत कबीर साहब कहते ब्रह्म पाती विसन डारे फूल शंकर देओ। ज्यादातर ये तीन देवतियां दी पूजा होती है, ज्यादातर। कहीं जाने आपां भी 33 करोड़ देवी देवते ने, 33 करोड़ देवी देवते ने, पर ज्यादातर जिहड़ी पूजा लोग करते ने वो है ब्रह्मा विष्णु ते शिव। इन्हां दी पूजा ज्यादा हुंदी है। पर भगत कबीर साहब जी ने सानू समझाया, कहंदे भाई तुसी उन्हां दी पूजा करदे हो, ठीक है, आपो अपना धर्म है, पूजा करना अगले दा कर्म है, मंदिर च जाना अगले दा धर्म है, मसीत च जाना अगले दा धर्म है। कि कोई मड़ियां नूं पूजदा है वो अगले दा धर्म है, असीं नहीं कहंदे। अगला जिथे मर्जी जाके मत्था टेके वो अगले दा अपना विचार है। चाहे कोई सप्पां नूं पूजे, चाहे कोई पत्थरां नूं पूजे, वो अगले दा अपना धर्म पूजे। पर गुरु साहब भगत कबीर साहब उन्होंने सानू समझाया है, जे हुण असीं ने अमृत भी छकिया, श्री साहब भी पाई है, फिर भी असीं वो काम करते हैं, फिर ते माड़ा है ना। गुरु साहब कहते तू ते समझ, तू ते समझ भाई, वो ते अगलियां दा अपना काम है, किसे नूं असीं रोक नहीं सकते। कोई जिथे मर्जी जाके मत्था टेके, पर जिहड़ा
ਅੰਮ੍ਰਿਤ ਛਕ ਲਿਆ ਜੀ ਨੇ, ਪਰ ਉਹ ਜੇ ਕੌਲੀ ਚੱਕੀ ਤੜਕੀ ਗੁਰਦੁਆਰਾ ਸਾਹਿਬ ਆਉਂਦਾ ਹੈ ਤੇ ਦੁਪਹਿਰ ਨੂੰ ਕਿਤੇ ਹੋਰ ਫਿਰਦਾ ਹੈ ਤੇ ਸ਼ਾਮ ਨੂੰ ਕਿਤੇ ਕੌਲੀ ਚੱਕੀ ਹੋਰ ਫਿਰਦਾ ਹੈ, ਉਹਦੇ ਵਾਸਤੇ ਤੇ ਮਾੜਾ ਹੈ ਨਾ। ਗੁਰੂ ਸਾਹਿਬ ਕਹਿੰਦੇ ਭਾਈ ਤੇਰੇ ਵਾਸਤੇ ਨਹੀਂ ਗੱਲ ਚੱਲਦੀ, ਤੂੰ ਤੇ ਇੱਕ ਦਾ ਬਣ। ਉਹਨਾਂ ਦੇ ਤੇ ਅਗਲੇ ਦਾ ਧਰਮ ਹੈ, ਉਹਨਾਂ ਦੇ ਤੇ ਧਰਮ ਹੈ, ਉਹ ਤੇ ਅਗਲੇ ਜੋ ਮਰਜ਼ੀ ਕਰਨ, ਉਹ ਤੇ ਜੋ ਮਰਜ਼ੀ ਕਰਨ, ਅਗਲਿਆਂ ਦਾ ਧਰਮ। ਪਰ ਅਸੀਂ ਨਹੀਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨ ਲਿਆ, ਫਿਰ ਅਸੀਂ ਕਿਉਂ ਪੂਜੀਏ ਕਿਸੇ ਨੂੰ? ਪਰ ਤਿੰਨ ਦੇਵਤਿਆਂ ਦੀ ਪੂਜਾ ਜਿਹੜੀ ਹੈ ਉਹ ਹੁੰਦੀ ਹੈ, ਵੱਧ ਹੁੰਦੀ ਹੈ। ਉਹਨਾਂ ਦੇ ਮੰਦਿਰ ਵੀ ਨੇ ਵੱਡੇ ਵੱਡੇ, ਮੰਦਿਰ ਵੀ ਨੇ ਵੱਡੇ ਵੱਡੇ ਬਣੇ ਹੋਏ, ਪਰ ਗੁਰੂ ਸਾਹਿਬ ਨੇ ਕਿਹਾ ਭਾਈ ਉਹ ਤੁਹਾਡਾ ਆਪਣਾ ਕੰਮ ਹੈ ਪੂਜਾ ਕਰਨੀ, ਪਰ ਫੁੱਲ ਤੋੜਨਾ ਇਹ ਸਾਰਿਆਂ ਵਾਸਤੇ ਮਾੜਾ ਹੈ। ਕਹਿੰਦੇ ਫੁੱਲ ਨਹੀਂ ਤੋੜਨਾ, ਤੁਸੀਂ ਪੂਜਾ ਕਰੋ। ਕਹਿੰਦੇ ਪੂਜਾ ਕਰਨ ਨੂੰ ਥੋੜਾ ਅਸੀਂ ਕਹਿੰਦੇ, ਪੂਜਾ ਕਰ ਲਓ, ਤੁਹਾਡਾ ਕੰਮ। ਪਰ ਗੁਰੂ ਸਾਹਿਬ ਕਹਿੰਦੇ ਬ੍ਰਹਮ ਪਾਤੀ, ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਦੇਵਤਿਆਂ ਦੀ ਤੁਸੀਂ ਪੂਜਾ ਕਰਦੇ ਹੋ ਨਾ, ਜਿਹੜੇ ਦੇਵਤਿਆਂ ਦੀ ਪੂਜਾ ਕਰਦੇ ਹੋ, ਕਹਿੰਦੇ ਉਹਨਾਂ ਬਾਬਤ ਅਸੀਂ ਦੱਸ ਰਹੇ ਹਾਂ ਤੁਹਾਨੂੰ। ਬ੍ਰਹਮ ਪਾਤੀ ਕਹਿੰਦੇ ਜਿਹੜਾ ਬ੍ਰਹਮ ਹੈ ਨਾ, ਉਹ ਤੇ ਕਹਿੰਦੇ ਦਰਖਤ ਦੀ ਪੱਤੀ ਪੱਤੀ ਹੈ, ਜੇ ਅਸੀਂ ਪੱਤੀਆਂ ਨੂੰ ਦੇਖਾਂਗੇ ਨਾ, ਕਹਿੰਦੇ ਐਂ ਸਮਝ ਲਿਓ ਵੀ ਇਹ ਬ੍ਰਹਮ ਹੈ। ਜਿਹੜੀਆਂ ਦਰਖਤ ਦੀਆਂ ਪੱਤੀਆਂ ਨੇ ਐਂ ਸਮਝੋ ਵੀ ਇਹ ਬ੍ਰਹਮ ਹੈ। ਇਹਨੂੰ ਅਸੀਂ ਕਿਉਂ ਤੋੜੀਏ ਭਾਈ? ਬ੍ਰਹਮਾ ਸਮਝੋ ਉਹਨੂੰ, ਉਹਨੂੰ ਬ੍ਰਹਮਾ ਸਮਝੋ, ਉਹਨੂੰ ਤੋੜੀਏ ਨਾ ਅਸੀਂ। ਬ੍ਰਹਮ ਪਾਤੀ ਵਿਸ਼ਨ ਡਾਰੀ, ਡਾਰੀ ਹੁੰਦਾ ਟਾਹਣੀ, ਕਹਿੰਦੇ ਵਿਸ਼ਨੂੰ ਉਹਨੂੰ ਸਮਝੋ ਵੀ ਟਾਹਣੀ ਜਿਹੜੀ ਹੈ ਵਿਸ਼ਨੂੰ ਹੈ, ਇਹਨੂੰ ਬਣਾ ਤੋੜੀਏ। ਫੂਲ ਸ਼ੰਕਰ ਦਿਓ, ਜਿਹੜੇ ਫੁੱਲ ਨੇ ਉਹਨਾਂ ਨੂੰ ਕਹਿੰਦੇ ਤੁਸੀਂ ਸ਼ਿਵਜੀ ਸਮਝ ਲਓ ਵੀ ਇਹ ਤਾਂ ਸ਼ਿਵਜੀ ਹੈ। ਜਦੋਂ ਤੁਸੀਂ ਕਹਿੰਦੇ ਐਂ ਸਮਝੋਗੇ ਫਿਰ ਨਹੀਂ ਤੋੜੋਗੇ, ਜਦ ਤੁਸੀਂ ਉਹਨੂੰ ਸਮਝੋਗੇ ਵੀ ਦਰਖਤ ਤੇ ਆ ਚੱਲ ਫਿਰ ਤੋੜ ਦਾਂਗੇ। ਜਦੋਂ ਅਸੀਂ ਕਿਸੇ ਦੇ ਵਿੱਚ ਸਮਝਾਂਗੇ ਵਿੱਚ ਜਿੰਦ ਹੈ, ਉਦੋਂ ਅਸੀਂ ਉਹਦੇ ਨਾਲ ਕੋਈ ਗਲਤ ਕੰਮ ਨਹੀਂ ਕਰਾਂਗੇ। ਪਰ ਜਦੋਂ ਅਸੀਂ ਸਮਝਿਆ ਵੀ ਇਹਦੇ ਵਿੱਚ ਜਿੰਦ ਨਹੀਂ, ਜਦੋਂ ਅਸੀਂ ਨੇ ਇਹ ਗੱਲ ਸਮਝ ਲਈ ਨਾ ਵੀ ਇਹਦੇ ਵਿੱਚ ਹੁਣ ਜਿੰਦ ਨਹੀਂ ਹੈ, ਉਦੋਂ ਲੱਕੜਾਂ ਤੇ ਪਾ ਕੇ ਅੱਗ ਲਾ ਦਿੰਦੇ ਆ। ਪਰ ਜਿੰਨਾ ਚਿਰ ਜਿੰਦ ਹੈ ਉਹਨਾਂ ਚਿਰ ਥੋੜਾ। ਚਾਹੇ ਇਨਸਾਨ 10 ਸਾਲਾਂ ਤੋਂ ਮੰਜੇ ਤੇ ਪਿਆ, ਪਰ ਜਿੰਨਾ ਚਿਰ ਜਿੰਦ ਹੈ ਮੰਜੇ ਤੇ ਪਿਆ, ਪਾਣੀ ਵੀ ਚਮਚੇ ਨਾਲ। ਪਰ ਇਹ ਥੋੜੋ ਹੈ ਵੀ ਇਹਦੇ ਵਿੱਚ ਜਿੰਦ ਹੈ, ਇਹਨੂੰ ਹੁਣ ਵੀ ਲੱਕੜਾਂ ਤੇ ਪਾ ਕੇ ਅੱਗ ਲਾ ਦੋ, ਏਦਾਂ ਤੇ ਨਹੀਂ ਹੁੰਦਾ। ਜਿੱਦੇ ਸਾਨੂੰ ਸਮਝ ਆ ਗਈ ਵੀ ਇਹਦੇ ਵਿੱਚ ਹੁਣ ਜਿੰਦ ਨਹੀਂ ਭਾਈ, ਉਹਦੇ ਘਰੇ ਰੱਖਦੇ ਆ। ਇਹ ਸਮਝਣਾ ਪੈਣਾ ਸਾਨੂੰ ਵੀ ਦਰਖਤ ਜਿਹੜਾ ਹੈ ਨਾ, ਦਰਖਤ ਜਿਹੜਾ ਸਾਨੂੰ ਛਾਂ ਦਿੰਦਾ ਹੈ, ਜਿਹੜਾ ਸਾਨੂੰ ਆਕਸੀਜਨ ਦਿੰਦਾ ਹੈ, ਜਿਹੜਾ ਸਾਨੂੰ ਫਲ ਦਿੰਦਾ ਹੈ, ਉਹਨੂੰ ਅਸੀਂ ਇਸ ਕਰਕੇ ਨਾ ਤੋੜੀਏ ਵੀ ਇਹਦੇ ਤੋਂ ਸਾਨੂੰ ਕੁਝ ਮਿਲੂਗਾ। ਜਿਹਦੇ ਅੱਗੇ ਰੱਖੋਗੇ ਉਹਦੇ ਚ ਜਿੰਦ ਨਹੀਂ ਹੈ। ਕਹਿੰਦੇ ਤੁਸੀਂ ਇਹ ਦਰਖਤ ਨੂੰ ਇਸ ਤਰ੍ਹਾਂ ਸਮਝ ਲਿਓ, ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ। ਤੇ ਕਹਿੰਦੇ ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸਿਓ। ਕਹਿੰਦੇ ਭਾਈ ਤਿੰਨ ਦੇਵਤੇ ਤੇ ਪਹਿਲੇ ਹੀ ਤੋੜਤੇ,
ਤਿੰਨ ਦੇਵਤੇ ਤੋੜ ਤੇ ਤੈ, ਹੁਣ ਕਿਹਦੀ ਸੇਵਾ ਕਰੇਗਾ? ਪੱਥਰ ਦੀ। ਉਹਦੇ ਵਿੱਚੋਂ ਨਹੀਂ ਮਿਲਣਾ ਕੱਖ, ਕਹਿੰਦੇ ਉਹਦੇ ਵਿੱਚੋਂ ਨਹੀਂ ਕੱਖ ਮਿਲਣਾ। ਹਾਂ, ਮੰਦਰ ਹੈ ਸਾਡਾ, ਚਰਚ ਹੈ ਸਾਡਾ, ਗੁਰਦੁਆਰਾ ਸਾਹਿਬ ਹੈ, ਮਸੀਤ ਹੈ, ਉਹਨਾਂ ਨੂੰ ਅਸੀਂ ਸਾਫ਼ ਸੁਥਰਾ ਰੱਖਣਾ ਹੈ, ਧੋ ਸਵਾਰ ਕੇ ਰੱਖਣਾ ਹੈ। ਜਿਵੇਂ ਅਸੀਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਦੇ ਹਾਂ, ਅਸੀਂ ਗੁਰਦੁਆਰਾ ਸਾਹਿਬ ਨੂੰ, ਮੰਦਰ ਨੂੰ, ਮਸੀਤ ਨੂੰ, ਚਰਚ ਨੂੰ ਸਾਫ਼ ਸੁਥਰਾ ਰੱਖਣਾ ਹੈ। ਸਾਫ਼ ਸੁਥਰਾ ਸੋਹਣਾ ਬਣਾ ਕੇ ਰੱਖਣਾ ਹੈ। ਪਰ ਇਹ ਨਹੀਂ ਹੈ ਵੀ ਫੁੱਲ ਧਰ ਕੇ ਕਹੀਏ ਵੀ ਰੱਬ ਮਿਲ ਗਿਆ। ਜਿੱਥੇ ਅਸੀਂ ਆਏ ਆ, ਹੁਣ ਅਸੀਂ ਆਏ ਆ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਆਏ ਅਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੇ ਜੀਵਨ ਤੇ ਲਾਗੂ ਕਰੀਏ ਤਾਂ ਸਾਡਾ ਜੀਵਨ ਬਦਲਣਾ, ਤਾਂ ਬਦਲਣਾ। ਜੇ ਅਸੀਂ ਮੰਦਰ 'ਚ ਗਏ, ਮੰਦਰ 'ਚ ਜਾ ਕੇ ਅਸੀਂ ਮੰਦਰ ਨੂੰ ਸੋਹਣਾ ਤੇ ਬਣਾਉਣਾ, ਪਰ ਨਾਲ ਨਾਲ ਉੱਥੋਂ ਅਸੀਂ ਨੇ ਗੀਤਾ ਨੂੰ ਸਮਝ ਕੇ ਉਹਦੇ ਚੋਂ ਗਿਆਨ ਲੈ ਕੇ ਆਪਣੇ ਜੀਵਨ ਨੂੰ ਉੱਚਾ ਬਣਾਉਣਾ। ਜੇ ਅਸੀਂ ਮਸੀਤ 'ਚ ਗਏ, ਮਸੀਤ ਨੂੰ ਅਸੀਂ ਸੋਹਣਾ ਤੇ ਬਣਾਉਣਾ, ਪਰ ਉੱਥੇ ਕੁਰਾਨ ਸ਼ਰੀਫ ਉਹਨੂੰ ਪੜ੍ਹ ਕੇ ਉਹਦੇ ਤੋਂ ਗਿਆਨ ਲੈ ਕੇ ਅਸੀਂ ਉੱਚੇ ਬਣਨਾ। ਕੱਲਾ ਘੇੜਾ ਲਾ ਕੇ ਮੁੜ ਕੇ ਆਉਣ ਨਾਲ ਨਹੀਂ ਕੁਛ ਬਣਨਾ। ਗੁਰੂ ਸਾਹਿਬ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈ, ਸਤਿਗੁਰ ਨੂੰ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਕਹਿੰਦੇ ਚਾਹੇ 100 ਗੇੜਾ ਲਾ ਲਓ, 100 ਗੇੜਾ ਲਾਉਣ ਨਾਲ ਵੀ ਕਹਿੰਦੇ ਕੋਈ ਫਰਕ ਨਹੀਂ ਹੁੰਦਾ, ਜਿੰਨਾ ਚਿਰ ਅਸੀਂ ਗੁਰੂ ਦੇ ਸ਼ਬਦ ਨੂੰ ਸਮਝਦੇ ਨਹੀਂ, ਜਿੰਨਾ ਚਿਰ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਤੇ ਲਾਗੂ ਨਹੀਂ ਕਰਦੇ, ਉਹਨਾਂ ਚਿਰ ਨਹੀਂ ਪਾਈ। ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਵ। ਕਹਿੰਦੇ ਕਿਹਦੀ ਸੇਵਾ ਕਰੋਗੇ? ਤਿੰਨ ਦੇਵਤੇ ਤੇ ਤੋੜ ਤੇ ਪਹਿਲੇ। ਹੁਣ ਗੁਰੂ ਸਾਹਿਬ ਹੋਰ ਸਮਝਾ ਰਹੇ ਨੇ ਸਾਨੂੰ, ਭਗਤ ਕਬੀਰ ਸਾਹਿਬ ਹੋਰ ਥੋੜਾ ਜਿਹਾ ਡੂੰਘਾਈ 'ਚ ਜਾ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਪਾਖਾਨ ਗੱਡ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ। ਕਹਿੰਦੇ ਜਦੋਂ ਮੂਰਤ ਬਣਾਈ ਨਾ ਮੂਰਤੀਕਾਰ ਨੇ, ਜਦੋਂ ਮੂਰਤੀਕਾਰ ਨੇ ਮੂਰਤ ਬਣਾਈ, ਕਹਿੰਦੇ ਉਹਦੀ ਛਾਤੀ ਤੇ ਪੈਰ ਧਰ ਕੇ ਬਹਿ ਗਿਆ ਜਦੋਂ ਘੜ ਰਿਹਾ ਸੀ ਮੂਰਤੀ ਨੂੰ। ਤੇ ਅਸੀਂ ਡਰ ਗਏ ਵੀ ਇਹ ਤੇ ਰੱਬ ਹੈ, ਸਾਨੂੰ ਡਰਾਤਾ ਵੀ ਇਹ ਤੇ ਰੱਬ ਹੈ। ਰੱਬ ਤੇ ਭਾਈ ਸਾਡੇ ਅੰਦਰ ਵੀ ਹੈ, ਰੱਬ ਸਾਰਿਆਂ ਦੇ ਅੰਦਰ ਹੈ। ਮੂਰਤੀਕਾਰ ਨੇ ਜਦੋਂ ਮੂਰਤੀ ਬਣਾਈ, ਮੂਰਤੀ ਘੜੀ, ਉਹ ਉਹਦੇ ਛਾਤੀ ਤੇ ਪੈਰ ਰੱਖ ਕੇ ਬਹਿ ਗਿਆ। ਪਾਖਾਨ ਗੱਡ ਕੇ, ਪਾਖਾਨ ਹੁੰਦਾ ਪੱਥਰ। ਕਹਿੰਦੇ ਜਦੋਂ ਪੱਥਰ ਦੀ ਮੂਰਤ ਬਣਾਈ ਨਾ ਘੜ ਕੇ, ਉਹਨੇ ਛੈਣੀ ਵੀ ਚੱਲੀ, ਥੋੜਾ ਵੀ ਚੱਲਿਆ, ਤੇ ਉੱਤੇ ਪੈਰ ਵੀ ਧਰੀ ਬੈਠਾ, ਪੈਰ ਵੀ ਧਰੀ ਬੈਠਾ ਛਾਤੀ ਤੇ। ਦੇ ਕੇ ਛਾਤੀ ਪਾਓ, ਪਾਓ ਹੁੰਦਾ ਪੈਰ। ਤੇ ਭਗਤ ਕਬੀਰ ਸਾਹਿਬ ਜੀ ਨੇ ਲਿਖਿਆ, ਕਹਿੰਦੇ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ। ਕਹਿੰਦੇ ਜੇ ਇਹ ਮੂਰਤ ਸੱਚੀ ਹੈ
जे सच्ची है कहते मूरत, भगत कबीर साहब कहते फिर जिन्हें बनाई है छाती ते पैर धर के उन्होंने खा ना जाती भी मेरे छाती ते तू किवें पैर धर लिया। किन्ना सोहना तरीके नाल सानू समझाया, किन्ने सोहने तरीके दे नाल सानू समझाया। जे ये मूरत साची है तो गढ़नहार है, खाओ कहते उन्होंने खा जाती हुण जे मूरत कुछ हुंदा, जे सच्ची हुंदी। ते गुरु साहब कहते भात पहत अर लापसी कर घरा का सार। भात हुंदा भत चौल, पहत होंदी है दाल, लापसी होंदी है पतला कड़ाह। ये चीजां लोग ले जाते हैं चढ़ाउण वास्ते। जेड़ा पुजारी है उन्हें कहा आ चीजां लियाओ भाई, आ चीजां लियाओ, कदे लियाओ पंजीरी आदत सारा कुछ लियाओ भाई। ते गुरु साहब कहते इन्ना कुछ मंगाया, भगत कबीर साहब कहते इन्ना कुछ मंगाया। भोगनहार भोगया मूर इस मूरत के मुख छार। कहते उन्होंने मंगा लिया भी मूरत नूं छकावांगे भाई, लियाओ दाल, लियाओ चौल, लियाओ पतला करके कड़ाह लियाओ, पंजीरी लियाओ, आ समान मंगा लिया। कादे वास्ते? कहते मूरत नूं छकावांगे। भोगनहारे भोगया इस मूरत के मुख छार। छार कहते सवाह नूं, कहते खा गए आप मूरत दे मूंह नूं थोड़ा जिहा घसा के सारा कुछ आप खा गए। कहते खा गए आप। ते मूरत नूं की मिलिया? कहते जिहड़ी मूरत वास्ते इन्ना कुछ लिआंदा उहनूं की मिलिया? इस मूरत के मुख छार। कहते उन्होंने सवाह मिली, बाद सवाह मरसड़ दिंदे ने उहदे मूंह ते। क्यों? कहते कीड़ियां ना चढ़न, जे मिठा लग गया ना कीड़ियां चढ़नगियां। ते भगत कबीर साहब कहते हैं सानू, कहते मूरत नूं ते मिले ही नहीं कुछ भाई, मूरत नूं ते मिले ही नहीं, मिलिया नहीं कहते उन्होंने कुछ। साडा अपना मन करदा सी मंगा लिया, असी डर गए भी मूरत नूं छकाउणा भाई, लैके चलो मूरत नूं। ते असी कई बारी ना गली दे विच छोटे छोटे बच्चियां नूं इकट्ठे करदे फिरदे हुंदे ने भी असीं ने अज प्रशादा छकाउणा कंजकां नूं। कंजकां नूं कहंदे प्रशादा छकाउणा है। जिस दिन प्रशादा छकाउणा उस दिन ते ओह कंजक देवी बना लियो। ते जिद्दे साडे घरे देवी पैदा हो जे ओदे ओदे कहने पत्थर क्यों आ गया? ओदे पत्थर है। ते जिद्दे प्रशादा छकाउणा ओदे लोकां दे घरे फिरदे आ भी कंजकां नूं प्रशादा छकाउणा। जदों साडे घरे है उदों कंजक नहीं, उदों पत्थर है। ऐ क्यों भाई? ये बखरेवे क्यों? साडे मनां च डर पाता। दूजे दे घरों छोटी जी बच्ची कहंदे कंजक है जी। जे साडे घरे पैदा हुंदी है जिद्दे उद्दे असीं रोंदे क्यों आ भी साडे घरे पत्थर आ गया? क्यों रोने आ? उहदे विच भी ओही रब है जिहड़ा साडे अंदर तड़कदा है।
ਜਿਹੜਾ ਸਾਡੇ ਅੰਦਰ ਧੜਕਦਾ ਹੈ ਉਹੀ परमात्मा रब वाहिगुरु अल्लाह ਉਹਦੇ अंदर भी धड़कदा है भाई। तो फिर ਅਸੀਂ ਕਹਿੰਦੇ ਧਰਮੀ ਆ ਅਸੀਂ, फिर ਅਸੀਂ ਕਹਿੰਦੇ ਧਰਮੀ ਆ ਅਸੀਂ। ਕਿੱਧਰ ਦੇ ਧਰਮੀ ਆ ਅਸੀਂ ਜਦੋਂ ਵਖਰੇਵਾਂ ਅਸੀਂ ਸਮਝਦੇ ਆ ਵੀ ਤੇ ਪੱਥਰ ਹੈ। ਇੱਕ ਸਮਝੀ चाहे धी है चाहे पुत। अज धीआं जड़ियां ने धीआं वड्डे वड्डे अहुदियां ते ने, डॉक्टर बन गईयां धीआं, पायलट बन गईयां धीआं, आर्मी दे विच भर्ती हो गईयां धीआं। जे असीं संस्कार चंगे देवांगे बच्चे नूं, चाहे धी है चाहे पुत है, वो साडी पग नूं दाग नहीं लाउणगे। जदों असीं संस्कार नहीं वधिया दित्ते फिर ते पुत ने भी साडी पग जिहड़ी है लीरो लीर कर देनी है, धी ने भी कर देनी है। जदों असीं उन्हां नूं संस्कार नहीं वधिया दे सके, जदों असीं अपनी धी दे सामने पुत दे सामने टीवी दे विच गंदा नाच वेखदे आ, फिर धी ते पुत किधर नूं जाणगे। गुरबाणी सुणीए टीवी दे विच, कोई वधिया कोई प्रोग्राम आउंदा वो वेख लईए, पर जदों धी ते पुत दे सामने असीं उत्थे टीवी दे विच गंदे नाच वेखदे आ, फिर पग ते लीरो लीर होऊगी भाई, चाहे धी है चाहे पुत है। इत्थे हुण असीं वेखना भी असीं अपने धी पुत नूं किहड़े रस्ते ते लिआउणा। हाँ ठीक है, जे बच्चा अज स्कूल गया असीं उहदी गौर ही नहीं कीती भी स्कूल गया भी है कि ना, फिर ते जो मर्जी कर ले। पर जदों असीं गौर भी रखांगे फिर साफ रहना काम सारा। साडे च ही घाटा हुंदा है, साडे च। ते गुरु साहब कहंदे भाई भोगन हार भोगिया इस मूरत के मुख छार। कहंदे मूरत नूं ते मिलिया नहीं कुछ, मूरत नूं नहीं मिलिया। असीं धी ते पुत नूं बराबर रखिए, ਉਹਦੇ ਵਿੱਚ ਵੀ ਉਹੀ ਰੱਬ ਹੈ ਭਾਈ, ਤੇ ਪੁੱਤ ਦੇ ਵਿੱਚ ਵੀ ਉਹੀ ਰੱਬ ਹੈ, ਮਾਂ ਦੇ ਵਿੱਚ ਵੀ ਉਹੀ ਰੱਬ ਹੈ, ਬਾਪ ਦੇ ਵਿੱਚ ਵੀ ਉਹੀ ਰੱਬ ਹੈ, ਭੈਣ ਭਰਾ ਸਾਰਿਆਂ ਦੇ ਵਿੱਚ ਉਹੀ ਹੈ। ਘਟ ਘਟ ਮੈਂ ਹਰ ਜੂ ਵਸੈ, ਉਹ ਤੇ ਸਾਰੇ ਥਾਵੇਂ ਹੈ ਭਾਈ। ਵੱਖਰਾ ਵੱਖਰਾ ਨਾ ਸਮਝੀਏ, ਵੱਖਰਾ ਵੱਖਰਾ ਨਾ ਸਮਝੀਏ। ਤੇ ਅਸੀਂ ਆਪਣੇ ਧਰਮਾਂ ਦਾ ਸਾਰਾ ਸਤਿਕਾਰ ਕਰਨਾ, ਕਿਸੇ ਦੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ। ਅਗਲਿਆਂ ਦਾ ਧਰਮ ਹੈ, ਜੋ ਮਰਜ਼ੀ ਕਰਨ, ਪਰ ਅਸੀਂ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਅਸੀਂ ਇਹਨਾਂ ਗੱਲਾਂ ਤੋਂ ਕਿਨਾਰਾ ਕਰਾਂਗੇ, ਅਸੀਂ ਇਹਨਾਂ ਗੱਲਾਂ ਤੋਂ ਦੂਰ ਰਹੀਏ। ਅਸੀਂ ਆਪਣੇ ਗੁਰੂ ਨਾਲ ਸਾਂਝ ਪਾਈਏ, ਜੋ ਗੁਰੂ ਕਹਿੰਦਾ ਉਹ ਕਰੀਏ। ਤੇ ਭਗਤ ਕਬੀਰ ਸਾਹਿਬ ਕਹਿੰਦੇ ਮਾਲਨ ਭੁੱਲੀ, ਮਾਲਨ ਭੁੱਲੀ ਜਗ ਭੁਲਾਨਾ। ਤੇ ਭਗਤ ਕਬੀਰ ਸਾਹਿਬ ਕਹਿੰਦੇ ਹਮ ਭੁਲਾਨੇ ਨਹੀਂ। ਕਹਿੰਦੇ ਮਾਲਣ ਵਿਚਾਰੀ ਉਹ ਤੇ ਭੁੱਲ ਗਈ, ਉਹਨੂੰ ਭੁਲੇਖਾ ਪੈ ਗਿਆ ਵੀ ਮੈਂ ਫੁੱਲ ਤੋੜ ਲਾਂ, ਪੱਤੀਆਂ ਤੋੜ ਲਾਂ, ਟਾਹਣੀਆਂ ਤੋੜ ਲਾਂ, मैं अपने देवते नूं खुश कर ला। वो ते कहंदे भुल गई, मालन भुले जग भुलाना। कहंदे ओनू वेख के सारा जग
ਉਹ ਵੀ ਉਹੀ ਰਸਤੇ ਤੇ ਚੱਲ ਪਿਆ। ਅਸੀਂ ਵੇਖਦੇ ਨਹੀਂ, ਅਸੀਂ ਸਿਰਫ ਤੇ ਸਿਰਫ ਜਿੱਧਰ ਨੂੰ ਟਰਾਲੀ ਭਰੀ ਜਾ ਰਹੀ ਹੈ ਬਸ ਕਹਿੰਦੇ ਅਸੀਂ ਵੀ ਚੜ ਜਾਈਏ ਵਿੱਚ। ਜੋ ਗੰਗਾ ਨਹਾਉਣ ਗਏ ਕਹਿੰਦੇ ਅਸੀਂ ਵੀ ਚੱਲੀਏ, ਅਸੀਂ ਵੀ ਨਹਾ ਲਈਏ। ਅਸੀਂ ਇਕੱਠ ਵੇਖਦੇ ਹਾਂ, ਗੁਣ ਨਹੀਂ ਵੇਖਦੇ। ਗੁਣ ਵੇਖੀਏ ਅਸੀਂ, ਗੁਣ ਅਸੀਂ ਕੁਆਲਿਟੀ ਵੇਖੀਏ। ਕੁਆਲਿਟੀ ਜਿਹੜੀ ਕੁਆਲਿਟੀ ਦੀ ਚੀਜ਼ ਹੁੰਦੀ ਹੈ ਨਾ ਉਹ ਹਮੇਸ਼ਾ ਮਹਿੰਗੀ ਹੁੰਦੀ ਹੈ ਤੇ ਉਹ ਹਮੇਸ਼ਾ ਹੀ ਘੱਟ ਹੁੰਦੀ ਹੈ ਜਿਹੜੀ ਕੁਆਲਿਟੀ ਦੀ ਚੀਜ਼ ਹੁੰਦੀ ਹੈ। ਹੁਣ ਸੋਨਾ ਜਿਹੜਾ ਹੈ, ਸੋਨਾ ਇਹ ਥੋੜਾ ਵੀ ਟਰੱਕਾਂ ਦੇ ਟਰੱਕ ਭਰ ਕੇ ਆਉਂਦੇ ਨੇ ਦੁਕਾਨ ਤੇ। ਕਦੇ ਵੇਖਿਆ ਵੀ ਸੋਨੇ ਦਾ ਟਰੱਕ ਭਰ ਕੇ ਆਇਆ? ਕਿਉਂ? ਕਿਉਂਕਿ ਉਹ ਮਹਿੰਗਾ ਹੈ, ਤਾਂ ਕਰਕੇ ਉਹ ਘੱਟ ਹੁੰਦਾ ਸੋਨਾ। ਤੇ ਲੋਹਾ ਇਹ ਸਸਤਾ ਹੈ। ਲੋਹਾ ਵੇਖਿਆ ਨਾ, ਕੋਈ ਝੋਲੇ 'ਚ ਭਰ ਕੇ ਲਿਆਇਆ ਨਹੀਂ, ਟਰੱਕ ਭਰ ਕੇ ਆਉਂਦੇ ਨੇ ਦੁਕਾਨਾਂ ਤੇ। ਕਿਉਂ? ਕਿਉਂਕਿ ਸਸਤਾ ਹੈ। ਤੇ ਸੋਨੇ ਨੂੰ ਵੀ ਫਿਰ ਬੰਦਾ ਕਾਸੇ ਨਾ ਕਾਸੇ 'ਚ ਪਾ ਕੇ ਲਿਆਉਂਦਾ ਵੀ ਮੇਰੇ ਕੋਲੇ 1 ਗ੍ਰਾਮ ਹੈ, ਕਿਸੇ ਕੋਲੇ 2 ਗ੍ਰਾਮ ਹੈ, ਕੋਈ ਕਹਿੰਦਾ ਮੇਰੇ ਕੋਲੇ ਕਿਲੋ ਸੋਨਾ ਹੈ। ਪਰ ਇੱਕ ਹੀਰਿਆਂ ਦਾ, ਹੀਰੇ ਜਿਹੜੇ ਨੇ ਉਦੋਂ ਵੀ ਮਹਿੰਗੇ ਨੇ, ਹੀਰੇ ਉਦੋਂ ਵੀ ਮਹਿੰਗੇ ਨੇ। ਪਰ ਉਹ ਤੇ ਕੋਈ ਹੁੰਦਾ ਜਿਹਦੇ ਕੋਲ ਇੱਕ ਅੱਧਾ ਹੁੰਦਾ ਹੈ। ਦੁਨੀਆ 'ਚ ਕੋਈ ਹੁੰਦਾ ਹੈ। ਤੇ ਹਮੇਸ਼ਾ ਹੀ ਜਿਹੜੀ ਚੀਜ਼ ਕੁਆਲਿਟੀ ਦੀ ਹੁੰਦੀ ਹੈ ਨਾ ਉਹ ਘੱਟ ਹੁੰਦੀ ਹੈ। ਘੱਟ ਹੁੰਦੀ ਹੈ। ਤੇ ਸਾਡੇ ਕੋਲ ਗੁਣਾਂ ਦਾ ਖਜ਼ਾਨਾ ਹੈ। ਇਹਨੂੰ ਲੈਣ ਵਾਲੇ ਲੋਕ ਘੱਟ। ਕਿਉਂ? ਮਹਿੰਗਾ ਹੈ। ਗੁਰੂ ਕੋਲ ਤੇ ਖਜ਼ਾਨਾ ਹੈ, ਇਹ ਤੇ ਹੀਰਿਆਂ ਦੀ ਖਾਨ ਹੈ, ਪਰ ਮਹਿੰਗਾ ਹੋਣ ਕਰਕੇ ਅਸੀਂ ਘੱਟ ਲੈਂਦੇ ਹਾਂ। ਅਸੀਂ ਲੈਨੇ ਘੱਟ ਆ ਇਹ ਖਜ਼ਾਨੇ ਨੂੰ। ਅਸੀਂ ਇਹ ਖਜ਼ਾਨੇ ਚੋਂ ਭਾਈ ਹੀਰੇ ਲੱਭੀਏ, ਮੋਤੀ ਲੱਭੀਏ। ਜਿੰਨਾ ਡੂੰਘੇ ਉਤਰਾਂਗੇ ਉਨਾ ਹੀ ਮਹਿੰਗੀ ਵਸਤੂ ਇਹਦੇ ਵਿੱਚੋਂ ਕੱਢਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਜਿੰਨਾ ਡੂੰਘੇ ਉਤਰਾਂਗੇ, ਜਿਉਂ-ਜਿਉਂ ਗੁਰਬਾਣੀ ਨੂੰ ਆਪਣੇ ਜੀਵਨ ਤੇ ਲਾਗੂ ਕਰਦੇ ਜਾਵਾਂਗੇ, ਤਿਉਂ-ਤਿਉਂ ਇਹਦੇ ਵਿੱਚ ਡੂੰਘੇ ਉਤਰਾਂਗੇ। ਡੂੰਘੇ ਤੇ ਗੁਰੂ ਸਾਹਿਬ ਕਹਿੰਦੇ ਮਾਲਣ ਭੁੱਲੀ। ਉਹ ਮਾਲਣ ਤੇ ਵਿਚਾਰੀ ਭੁੱਲ ਗਈ, ਜੱਗ ਭੁਲਾਨਾ, ਉਹਨੂੰ ਵੇਖ ਕੇ ਅਸੀਂ ਵੀ ਭੁੱਲ ਗਏ। ਪਰ ਭਗਤ ਕਬੀਰ ਸਾਹਿਬ ਕਹਿੰਦੇ ਹਮ ਭੁਲਾਨੇ ਨਾਹੀ। ਕਹਿੰਦੇ ਦੁਨੀਆ ਬੇਸ਼ੱਕ ਭੁੱਲ ਗਈ, ਮਾਲਣ ਬੇਸ਼ੱਕ ਭੁੱਲ ਗਈ, ਪਰ ਕਹਿੰਦੇ ਅਸੀਂ ਨਹੀਂ ਭੁੱਲੇ। ਅਸੀਂ ਤੇ ਤਤ ਵਸਤੂ ਨੂੰ ਜਾਣ ਲਿਆ, ਅਸੀਂ ਥੋੜਾ ਭੁੱਲੇ। ਹੁਣ ਤਤ ਵਸਤੂ ਅਸੀਂ ਤੇ ਲੱਸੀ ਨਾਲ ਪਿਆਰ ਪਾ ਲਿਆ, ਲੱਸੀ ਨਾਲ। ਪਰ ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਤੇ ਸਿੱਧਾ ਘਿਓ ਨੂੰ ਇਹ ਹੱਥ ਪਾਇਆ। ਘਿਓ ਨੂੰ, ਕਿਉਂਕਿ ਦੁੱਧ ਦਾ ਜਿਹੜਾ ਤੱਤ ਸਾਰ ਹੈ ਉਹ ਹੈ ਘਿਓ। ਤੇ ਅਸੀਂ ਲੱਸੀ ਨੂੰ ਸਾਰਾ ਕੁਝ ਮੰਨ ਲਿਆ, ਲੱਸੀ ਨੂੰ ਸਾਰਾ ਕੁਝ ਮੰਨ ਲਿਆ। ਜਿਹਦੇ ਘਰ ਦੁੱਧ ਡਿੱਕਿਆ ਜਾਂਦਾ ਹੈ ਨਾ, ਉਹਨਾਂ ਨੂੰ ਜਿੰਨੀ ਦੀ ਲੋੜ ਹੈ ਅਗਲਿਆਂ ਨੇ ਪੀ ਲਈ, ਬਾਕੀ ਨਾਲੀ 'ਚ ਡੋਲ ਦਿੰਦੇ ਨੇ। ਕਿਉਂ? ਕਿਉਂਕਿ ਕਹਿੰਦੇ ਹੁਣ ਇਹਦੀ ਲੋੜ ਨਹੀਂ ਹੈ। ਪਰ ਘਿਓ ਥੋੜਾ ਵੀ ਜਿੰਨਾ ਖਾ ਲਿਆ ਉਹਨਾਂ ਖਾ ਲਿਆ, ਬਾਕੀ ਨਾਲੀ 'ਚ ਰੋੜ ਦਈਏ। ਘਿਓ ਥੋੜਾ ਰੋੜਿਆ ਜਾਂਦਾ, ਕਿਉਂਕਿ ਉਹ ਉਹਦਾ ਤੱਤ ਸਾਰ ਹੈ। ਤੱਤ ਜਿਹੜੀ ਵਸਤੂ ਹੁੰਦੀ ਹੈ, ਤੱਤ ਵਸਤੂ, ਉਹਨੂੰ ਥੋੜਾ ਸੁੱਟਿਆ ਜਾਂਦਾ। ਜਿਹੜੀ ਉਹਦੇ 'ਚ ਛਾਰ ਨਿਕਲਦੀ ਹੈ ਉਹ ਸੁੱਕੀ ਜਾਂਦੀ ਹੈ। ਹੁਣ ਜਦੋਂ ਗੰਨਿਆਂ ਨੂੰ ਅਸੀਂ ਲੈ ਕੇ ਗਏ ਘਲਾੜ ਤੇ,
ਉਹਨੂੰ ਪੀੜ ਕੇ ਉਹਦਾ ਰਸ ਕੱਢ ਲਿਆ। ਹੁਣ ਰਸ ਥੋੜਾ ਨਾਲੀਆਂ 'ਚ ਡੋਲਿਆ ਜਾਂਦਾ ਭਾਈ, ਜਿਹੜਾ ਉਹਨੂੰ ਪੀੜ ਕੇ, ਜਿਹੜੀ ਖੋਈ ਕਹਿੰਦੇ ਨੇ ਜਿਹਨੂੰ, ਉਹਨੂੰ ਸਿੱਟਿਆ ਜਾਂਦਾ ਬਾਹਰ, ਕਿਉਂਕਿ ਉਹ ਉਹਦਾ ਤੱਤ ਨਹੀਂ ਹੈ, ਉਹਦਾ ਤੱਤ ਸਾਰ ਸੀ ਜਿਹੜਾ ਉਹ ਕੱਢ ਲਿਆ ਗਿਆ। ਉਹ ਤੱਤ ਸਾਰ ਕੱਢ ਲਿਆ। ਹੁਣ ਅਸੀਂ ਤੱਤ ਸਾਰ ਲੈਣਾ ਹੁੰਦਾ, ਅਸੀਂ ਤੱਤ ਵਸਤੂ ਲੈਣੀ ਹੁੰਦੀ ਹੈ, ਉਹ ਤੋਂ ਅਸੀਂ ਦੂਰ ਆ। ਅਸੀਂ ਨੇ ਪਿਆਰ ਪਾ ਲਿਆ ਲੱਸੀ ਨਾਲ, ਅਸੀਂ ਤੇ ਉੱਥੇ ਹੀ ਖੜ ਗਏ ਵੀ ਲੱਸੀ ਮਿਲ ਗਈ ਜੀ ਮੈਨੂੰ, ਆਹਾ ਲੱਸੀ ਮਿਲ ਗਈ। ਨਹੀਂ ਭਾਈ, ਅਸੀਂ ਪਹੁੰਚੀਏ ਵੀ ਘਿਓ ਕਿੱਥੇ ਹੈ, ਉੱਥੇ ਤੱਕ ਪਹੁੰਚੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਨੇ, ਇਹਦੇ ਚ ਅਸੀਂ ਗਿਆਨ ਲਈਏ। ਗਿਆਨ ਜਿੰਨਾ ਚਿਰ ਸਾਡੀ ਜ਼ਿੰਦਗੀ 'ਚ ਗਿਆਨ ਨਹੀਂ ਆਉਂਦਾ, ਉਹਨਾਂ ਚਿਰ ਕੀ ਫਾਇਦਾ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਬਦਲਿਆ ਹੀ ਨਹੀਂ ਗਿਆਨ ਲੈ ਕੇ। ਹੁਣ ਕੱਲਾ ਦਾੜੀ ਵਧਾਉਣ ਨਾਲ ਵਿਚਾਰ ਬਦਲ ਜਾਣਗੇ। ਹੁਣ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ, ਦੇਸ਼ ਦਾ ਪ੍ਰਧਾਨ ਮੰਤਰੀ, ਉਹਨੇ ਦਾੜੀ ਵਧਾ ਲਈ, ਫੀਲਿੰਗ ਲੈਂਦਾ ਰਵਿੰਦਰ ਨਾਥ ਟੈਗੋਰ ਦੀ ਵੀ ਮੈਂ ਉਹ ਹਾਂ। ਵਿਚਾਰ ਜਿਹੜੇ ਨੇ ਉਹ ਉੱਥੇ ਹੀ ਖੜੇ ਨੇ। ਹੁਣ ਕਿੰਨੇ ਕਿਸਾਨ, ਹਜ਼ਾਰਾਂ ਦੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੈ ਦਿੱਲੀ ਦੇ ਵਿੱਚ, ਲੱਖਾਂ ਦੀ ਗਿਣਤੀ 'ਚ, ਪਰ ਉਹਦੀ ਜ਼ਿੰਦਗੀ ਤੇ ਉਹਦੇ ਜਿਹੜਾ ਪ੍ਰਧਾਨ ਮੰਤਰੀ ਹੈ ਉਹਦੇ ਤੇ ਕੋਈ ਅਸਰ ਹੋਇਆ ਨਹੀਂ, ਹੋ ਰਿਹਾ ਹਜੇ ਅਸਰ। ਫਿਰ ਦਾੜੀ ਵਧਾਉਣ ਨਾਲ ਉਹਦਾ ਕੀ ਫਰਕ ਪਿਆ ਕੋਈ ਫਰਕ। ਸਾਡੇ ਵਿਚਾਰ ਤੇ ਉੱਥੇ ਹੀ ਖੜੇ ਨੇ। ਜਿੰਨਾ ਚਿਰ ਸਾਡੇ ਵਿਚਾਰ ਨਹੀਂ ਬਦਲੇ ਜਾਂਦੇ, ਉਹਨਾਂ ਚਿਰ ਵੱਡੀ ਪੱਗ ਬੰਨਣ ਨਾਲ ਫਰਕ ਪੈ ਜੂ। ਬੰਦਾ ਬੇਸ਼ੱਕ ਕਲੀਨ ਸ਼ੇਪ ਹੋਵੇ, ਪਰ ਉਹਦੇ ਵਿਚਾਰ ਤੇ ਬਦਲਣ, ਵਿਚਾਰ ਤੇ ਵਧੀਆ ਹੋਣ। ਜਦੋਂ ਵਿਚਾਰ ਵਧੀਆ ਨੇ ਇਨਸਾਨ ਦੇ, ਉਦੋਂ ਇਨਸਾਨ ਵਧੀਆ ਭਾਈ, ਉਦੋਂ ਇਨਸਾਨ ਵਧੀਆ। ਕਿਸੇ ਨੇ ਜਨੇਊ ਪਾ ਲਿਆ, ਪਰ ਵਿਚਾਰ ਬਦਲੇ ਨਹੀਂ, ਵਿਚਾਰ ਉੱਥੇ ਹੀ ਨੇ। ਜਨੇਊ ਕੀ ਕਰੂਗਾ? ਆ ਗਾਤਰਾ ਪਾ ਲਿਆ, ਸ੍ਰੀ ਸਾਹਿਬ ਪਾ ਲਈ, ਵਿਚਾਰ ਬਦਲੇ ਨਹੀਂ, ਵਿਚਾਰ ਉੱਥੇ ਹੀ ਨੇ, ਕੀ ਕਰੂਗਾ? ਸੁਨਨਤ ਕਰਾ ਲਈ, ਵਿਚਾਰ ਬਦਲੇ ਨਹੀਂ, ਕੀ ਫਾਇਦਾ? ਕਹਿੰਦਾ ਗੱਲ ਤੇ ਵਿਚਾਰਾਂ ਦੀ ਹੈ। ਵਿਚਾਰ ਅਸੀਂ ਬਦਲਣਾ ਨਹੀਂ ਚਾਹੁੰਦੇ, ਲੋਕਾਂ 'ਚ ਸੋਹਣੇ ਬਣਨ ਦਾ ਨਾਟਕ ਕਰਦੇ ਨੇ। ਹੁਣ ਰਵਿੰਦਰ ਨਾਥ ਟੈਗੋਰ ਬਣਨ ਨੂੰ ਫਿਰਦਾ, ਪਰ ਵਿਚਾਰ ਬਦਲੇ ਨਹੀਂ। ਦੁਨੀਆ ਤੇ ਸੜਕਾਂ ਤੇ ਠੰਡ 'ਚ, ਮੀਂਹ 'ਚ, ਹਨੇਰੀਆਂ 'ਚ, ਝੱਖੜਾਂ 'ਚ ਉੱਥੇ ਬੈਠੀ ਹੈ, ਤੇ ਆਪ ਬੰਗਲਿਆਂ 'ਚ ਲੱਖ ਰੁਪਏ ਦੀ ਜਾਕਟ ਪਾਉਂਦਾ, 20 ਹਜ਼ਾਰ ਦਾ ਪੈਨ ਜੇਬ 'ਚ ਟੰਗਦਾ। ਉਹਦੇ ਨਾਲ ਕੀ ਫਰਕ ਪੈਂਦਾ ਹੈ ਜੇ ਵਿਚਾਰ ਹੀ ਨਹੀਂ ਸਾਡੇ ਬਦਲੇ ਗਏ? ਇਨਸਾਨ ਸੋਹਣਾ ਹੀ ਤਾਂ ਲੱਗਦਾ ਜੇ ਉਹਦੇ ਵਿਚਾਰ ਸੋਹਣੇ ਨੇ। ਜੇ ਵਿਚਾਰ ਸੋਹਣੇ ਨੇ, ਇਨਸਾਨ ਸੋਹਣਾ ਹੀ ਤਾਂ ਲੱਗਦਾ ਭਾਈ, ਨਹੀਂ ਸੋਹਣਾ ਥੋੜਾ ਲੱਗਦਾ। ਸੋਹਣਾ ਕਿੱਥੋਂ ਕਹਾਂਗੇ ਉਹਨੂੰ ਜੇ ਵਿਚਾਰ ਨਹੀਂ ਸੋਹਣੇ? ਮਨ ਕੀ ਬਾਤ, ਉਹਦਾ ਕੀ ਫਾਇਦਾ? ਕਹਿੰਦੇ ਤੇਰੀਆਂ ਮਨ ਦੀਆਂ ਗੱਲਾਂ ਅਸੀਂ ਨਹੀਂ ਕਹਿੰਦੇ ਸੁਣਦੇ, ਬਥੇਰੀਆਂ ਸੁਣਾਤੀਆਂ ਤਾਂ ਲੋਕਾਂ ਨੂੰ ਮਨ ਦੀਆਂ ਗੱਲਾਂ, ਕੀ ਫਾਇਦਾ? ਜੇ ਦੇਸ਼ ਦਾ ਕਿਸਾਨ ਦੁਖੀ ਹੈ, ਤੇਰੀ ਮਨ ਦੀ ਬਾਤ ਨੂੰ ਅਸੀਂ ਕੀ ਕਰਾਂਗੇ? ਵਿਚਾਰ ਤੇ ਬਦਲਿਆ ਨਹੀਂ।
ਗੁਰੂ ਸਾਹਿਬ ਕਹਿੰਦੇ ਵਿਚਾਰ ਬਦਲੋ ਭਾਈ, ਆਪਣਾ ਵਿਚਾਰ ਬਦਲੋ, ਆਪਣੇ ਆਪ ਨੂੰ ਬਦਲਣ ਦਾ ਤਾਂ ਫਾਇਦਾ ਹੈ। ਸਰੀਰ ਨਹੀਂ ਬਦਲਿਆ ਜਾਂਦਾ, ਵਿਚਾਰ ਬਦਲੇ ਜਾਂਦੇ ਨੇ। ਕੱਪੜੇ ਤਾਂ ਰੋਜ਼ ਬਦਲਦਾ ਇਨਸਾਨ। ਅੱਜ ਕਿਸ ਤਰ੍ਹਾਂ ਦਾ ਲੱਗਦਾ ਹੈ, ਕੱਲ ਨੂੰ ਕੱਪੜੇ ਹੋਰ ਪਾ ਕੇ ਕਿਸ ਤਰ੍ਹਾਂ ਦਾ ਲੱਗਦਾ ਹੈ। ਵਿਚਾਰ ਤੇ ਉੱਥੇ ਹੀ ਖੜੇ ਨੇ। ਗੱਲ ਤੇ ਅਸੀਂ ਨੇ ਵਿਚਾਰ ਬਦਲਨੇ ਨੇ ਭਾਈ। ਕੱਪੜੇ ਬਦਲਣਾ ਕੋਈ ਹੋਰ ਗੱਲ ਹੈ, ਵਿਚਾਰ ਬਦਲਣਾ ਕੋਈ ਹੋਰ ਗੱਲ ਹੈ। ਆਪਣੀ ਸੋਚ ਨੂੰ ਉੱਚਾ ਚੱਕੀ। ਤਾਂ ਲਾਸਟ ਪੰਕਤੀ ਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਆ, ਪਹਿਲਾਂ ਭਗਤ ਕਬੀਰ ਸਾਹਿਬ ਕਹਿੰਦੇ ਮਾਲਨ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾ। ਤੇ ਲਾਸਟ ਪੰਕਤੀ ਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਤੇ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਹਮ ਰਾਮ ਰਾਖੇ। ਜਦੋਂ ਅਸੀਂ ਸਾਂਝ ਪਾ ਲਾਂਗੇ, ਰੱਖਣ ਦਾ ਭਾਵ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਉਹ ਵਧੀਆ ਤਰੀਕੇ ਨਾਲ ਬੀਤੇ। ਜਿਹੜਾ ਗੁਰੂ ਨੂੰ ਨਹੀਂ ਮੰਨਦਾ, ਜਿਹੜਾ ਰੱਬ ਨੂੰ ਨਹੀਂ ਮੰਨਦਾ, ਉਹ ਵੀ 90-90 ਸਾਲ ਜਿਉਂ ਕੇ ਜਾਂਦੇ ਨੇ। ਜਿਹੜਾ ਕਿਸੇ ਨੂੰ ਨਹੀਂ ਮੰਨਦਾ, ਉਹਦੇ ਖੇਤ ਦੀ ਫਸਲ ਹੁੰਦੀ ਹੈ। ਜਿਹੜਾ ਕਿਸੇ ਨੂੰ ਨਹੀਂ ਮੰਨਦਾ, ਉਹਦੇ ਘਰ ਵੀ ਪੁੱਤ ਧੀਆਂ ਪੈਦਾ ਹੁੰਦੇ ਨੇ। ਜਿਹੜਾ ਕਿਸੇ ਨੂੰ ਨਹੀਂ ਮੰਨਦਾ, ਉਹਦੇ ਘਰੇ ਵੀ ਛਾਂ ਤੇ ਧੁੱਪ ਆਉਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਭਾਈ ਕਹੋ ਕਬੀਰ ਹਮ ਰਾਮ ਰਾਖੇ। ਇਹਦਾ ਭਾਵ ਵੀ ਜਿਹੜਾ ਆਉਣ ਵਾਲਾ ਸਮਾਂ ਸਾਡਾ, ਉਹ ਸਾਡੇ ਅੰਦਰ ਨੂੰ ਸ਼ਾਂਤੀ ਤਾਂ ਮਿਲੂ ਜੇ ਅਸੀਂ ਗੁਰੂ ਨਾਲ ਸਾਂਝ ਪਾਵਾਂਗੇ। ਜੇ ਸਾਂਝ ਪਾਵਾਂਗੇ, ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਕਿਰਪਾ ਕਰ ਹਰ ਰਾਏ। ਜੇ ਅਸੀਂ ਆਵਾਂਗੇ, ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੇ ਜੀਵਨ ਤੇ ਲਾਗੂ ਕਰਾਂਗੇ, ਤਾਂ ਹੀ ਕਿਰਪਾ ਹੈ। ਘਰ ਬੈਠਿਆਂ ਤੇ ਕਿਰਪਾ ਨਹੀਂ ਹੁੰਦੀ। ਜੇ ਅਸੀਂ ਕੋਈ ਕੰਮ ਕਰਨਾ ਹੈ, ਜੇ ਅਸੀਂ ਖੇਤੀ ਕਰਨੀ ਹੈ, ਚਾਹੇ ਕਿਸੇ ਨੂੰ ਨਹੀਂ ਬੰਦਾ ਪੂਜਦਾ, ਕਿਸੇ ਨੂੰ ਨਹੀਂ ਮੰਨਦਾ, ਪਰ ਉਹਨੇ ਆਪਣੇ ਤੇ ਕਿਰਪਾ ਕਰਾ ਲਈ, ਖੇਤ ਦੇ ਵਿੱਚ ਕੰਮ ਕੀਤਾ, ਖੇਤ ਦੇ ਵਿੱਚੋਂ ਫਸਲ 90 ਮਣ ਤੇ ਲੈ ਕੇ ਆਇਆ। ਉਹਨੇ ਕਿਰਪਾ ਕਰਾ ਲਈ। ਹਰ ਇੱਕ ਚੀਜ਼ ਜਿਹੜੀ ਹੈ ਕਿਰਪਾ, ਉਹ ਅਸੀਂ ਆਪ ਕਰਾਉਣੀ ਹੈ। ਜੇ ਬੰਦਾ ਕਹੇ ਨਾ ਵੀ ਕਿਰਪਾ ਮੇਰੇ ਤੇ ਆਪਣੇ ਆਪ ਹੋ ਜੂ, ਨਹੀਂ ਭਾਈ, ਕਿਰਪਾ ਕਰਾਉਣੀ ਹੈ ਅਸੀਂ ਨੇ ਆਪ। ਜਿਹੜਾ ਵੀ ਕੰਮ ਕਰਨਾ ਹੈ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਕਰੀਏ ਤਾਂ ਸਾਡੇ ਤੇ ਕਿਰਪਾ ਹੋ ਜਾਵੇ। ਸੋ ਅਸੀਂ ਬਸ ਆਪਣੇ ਆਪ ਨੂੰ, ਆਪਣੇ ਵਿਚਾਰਾਂ ਨੂੰ ਬਦਲੀਏ। ਸਾਡੇ ਅੰਦਰ ਜਿਹੜੇ ਮਾੜੇ ਵਿਚਾਰ ਨੇ ਉਹਨਾਂ ਨੂੰ ਬਦਲੀਏ। ਸੋ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਜੀ। ਅੱਗੇ ਸਮਾਂ ਜਿਹੜਾ ਹੁਣ ਇਜਾਜ਼ਤ ਨਹੀਂ ਦਿੰਦਾ। ਸੋ ਸੰਗਤਾਂ ਨੂੰ ਦੱਸ ਦਈਏ ਭਾਈ, ਕੱਲ ਨੂੰ ਸੰਗਰਾਂਦ, ਕਿਉਂਕਿ ਪਹਿਲਾਂ ਸੰਗਰਾਂਦ ਜਿਹੜੀ ਸੀ ਉਹ 14, 15, 16, 17 ਇਹ ਡੇਟਾਂ 'ਚ ਚੱਲਦੀ ਰਹੀ। ਤੇ ਐਤਕੀ ਸੰਗਰਾਂਦ ਜਿਹੜੀ ਹੈ ਉਹ 12 ਤਰੀਕ ਦੀ ਕੱਲ ਨੂੰ ਹੈ। ਸੰਗਤਾਂ ਭਾਈ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਵੱਧ ਚੜ ਕੇ ਆਪਣੀਆਂ ਹਾਜ਼ਰੀਆਂ ਲਵਾਇਓ। ਕੱਲ ਨੂੰ ਜਿਹੜਾ ਆਪਾਂ 12 ਮਾਹਾਂ ਪੜ੍ਹਦੇ ਆ ਨਾ, 12 ਮਾਹਾਂ ਦੇ ਇੱਕ ਪਦੇ ਦੀ ਵਿਚਾਰ ਕਰਦੇ ਆ, ਕੱਲ ਨੂੰ 2 ਪਦੇ ਹੋਣਗੇ ਆਪਣੇ ਕੋਲ, ਕਿਉਂਕਿ 12 ਮਹੀਨਿਆਂ ਦੇ 12 ਪਦੇ ਨੇ ਤੇ ਇੱਕ ਉਹਨਾਂ 'ਚ 2 ਪਦੇ ਐਸੇ ਨੇ। ਜਦੋਂ ਸ਼ੁਰੂ ਕਰਦੇ ਆ ਆਪਾਂ ਕੋਈ ਵੀ ਕੰਮ, ਉਦੋਂ ਕਹਿੰਦੇ ਆਪਣੇ ਇਸ਼ਟ ਨੂੰ ਧਿਆਉਣਾ ਚਾਹੀਦਾ। ਜਦੋਂ ਗੁਰੂ ਸਾਹਿਬ ਨੇ 12 ਮਾਹ ਸ਼ੁਰੂ ਕੀਤਾ, ਉਦੋਂ ਵੀ ਇੱਕ ਸ਼ਲੋਕ ਭਾਵ ਇੱਕ ਸ਼ਬਦ ਪਹਿਲਾਂ ਲਿਖਿਆ। ਜਦੋਂ ਸਮਾਪਤੀ ਕੀਤੀ 12 ਮਾਹਾਂ ਦੀ, ਉਦੋਂ ਵੀ ਇੱਕ ਸ਼ਬਦ ਉਹਦੇ ਵਿੱਚ
14ਵਾਂ ਐਡ ਕੀਤਾ ਤੇ ਕੱਲ ਨੂੰ ਜਿਹੜਾ ਉਹ ਮਹੀਨਾ ਦੇਸੀ ਮਹੀਨਾ ਚੱਲਦਾ ਉਹ ਦੇਸੀ ਮਹੀਨੇ ਦਾ ਉਹ ਕੱਲ ਨੂੰ ਫੱਗਣ ਦਾ ਮਹੀਨਾ ਚੜ੍ਹਨਾ ਉਹ ਲਾਸਟ ਮਹੀਨਾ ਹੁੰਦਾ ਹੈ। ਜਦੋਂ ਚੇਤ ਹੁੰਦਾ ਉਹ ਸਾਲ ਦਾ ਪਹਿਲਾ ਮਹੀਨਾ ਹੁੰਦਾ ਦੇਸੀ ਮਹੀਨਿਆਂ 'ਚ। ਜਿਵੇਂ ਆਪਾਂ ਕਹਿ ਦਈਏ ਜਨਵਰੀ ਦੀ 1 ਤਰੀਕ ਉਹ ਪਹਿਲਾ ਮਹੀਨਾ ਤੇ ਦਸੰਬਰ ਦੀ ਜਿਹੜੀ ਤਰੀਕ ਹੈ 1 ਕਹਿ ਲਈਏ ਚਾਹੇ 31 ਕਹਿ ਲਈਏ ਉਹ ਲਾਸਟ ਤਰੀਕ ਉਹ ਲਾਸਟ ਮਹੀਨਾ ਹੁੰਦਾ। 1 ਦਸੰਬਰ ਲਾਸਟ ਮਹੀਨਾ ਤੇ 1 ਜਨਵਰੀ ਪਹਿਲਾ ਮਹੀਨਾ। ਦੇਸੀ ਮਹੀਨਿਆਂ 'ਚ 1 ਚੇਤ ਪਹਿਲਾ ਮਹੀਨਾ ਹੁੰਦਾ ਤੇ 1 ਫੱਗਣ ਸਾਲ ਦਾ ਲਾਸਟ ਮਹੀਨਾ ਹੁੰਦਾ। ਕੱਲ ਨੂੰ ਉਹ ਲਾਸਟ ਮਹੀਨਾ ਜਿਹੜਾ ਦੇਸੀ ਮਹੀਨਿਆਂ 'ਚ ਉਹ ਕੱਲ ਨੂੰ ਹੈ ਭਾਈ। ਉਦੋਂ ਬਾਅਦ ਚੇਤ ਚੜ੍ਹਨਾ ਫਿਰ ਆਪਾਂ ਉਦੋਂ ਵੀ 2 ਪਦਿਆਂ ਦੀ ਵਿਚਾਰ ਉਦੋਂ ਵੀ ਹੋਣੀ ਹੈ। ਸੋ ਆਓ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ। ਕੱਲ ਨੂੰ ਫਿਰ ਇਸੇ ਤਰ੍ਹਾਂ ਹੀ ਰਲ ਮਿਲ ਕੇ ਫੱਗਣ ਦੇ ਮਹੀਨੇ ਦੀ ਜਿਹੜੀ 1 ਪਦੇ ਦੀ ਵਿਚਾਰ ਹੈ ਉਹ ਰਲ ਮਿਲ ਕੇ ਕੱਲ ਨੂੰ ਕਰਾਂਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੇ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੁਭਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ 부ਝਾਈਆਂ। ਸਦਾ ਗੁਰਬਾਣ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖੋ ਆਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ। ਬਿਨ ਵੰਦ ਨਾਨਕ ਗੁਰ ਚਰਨ ਲਾਗੇ। ਸੁਣਤੇ ਪੁਨੀਤ ਕਹਤੇ ਪਵਿੱਤ। ਬਿਨ ਵੰਦ ਨਾਨਕ ਗੁਰ ਚਰਨ ਲਾਗੇ। ਸਲੋਕ ਪਵਨ ਗੁਰੂ ਬਾਣੀ ਪਿਤਾ।
ਦਿਵਸ ਰਾਤ ਦੋਏ ਦਾਈ ਦਾਇਆ ਚੰਗਿਆਈਆਂ ਬਰਿਆਈਆਂ ਕਰਮੀ ਆਪੋ ਆਪਣੇ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ। सगल समगरे तुमरा सूत्र तारे तुम ते होए सो तुम्हारी गात में तो तुम ही जाने नानक दास। तुझ आके अरदास हमारी जियो पिंड कहो नानक साब तेरी वड्याई कोई न जाने मेरा वाहिगुरु। वाहिगुरु अरदास ओंकार श्री वाहिगुरु जी की फतेह। वार श्री भगवती जी के सहाय वार श्री भगवती जी की पातशाही दसवें प्रथम भगवती सिमर का गुरु नानक ले ध्याए। फिर अंगद गुर ते अमरदास रामदास होए सहाय। अर्जुन हर गोबिंद नु सिमरो श्री हर राय श्री हर कृष्ण जी ध्याया। जिस रिठिया सब दुख जाए गुर तेग बहादुर सिमरिया कर नौन ध्यावै ताए। सब थाई होए सहाय धन धन श्री गुरु गोबिंद सिंह जी चिट्टिया बाजा वाले। सब थाई होए सहाय दसा पातशाहियां के स्वरूप। धन धन श्री गुरु ग्रंथ साहिब जी के पाठ दर्शन दिदारियां दा ध्यान धन खालसा जी बोलना जी। वाहिगुरु आप जी दे पंज प्यारे चार साहिबजादे 40 मुक्ते हटियां जपियां तपियां जिन्हां ने तेरा नाम जपिया वंड छकिया देख चलाई ते गवाही देख के अनडुठ कीता। तिना प्यारियां सचारियां गुर सिखां दे पवित्र कमाई दा ध्यान धर खालसा जी बोलना जी। वाहिगुरु जिन्हां ਸਿੰਘਾਂ ਸਿੰਘਣੀਆਂ ने धर्म हेत शीस दिते। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਯਾਰੇ ਨਾਲ ਚਰਵਾਏ ਕੇ ਉਬੜੀਆਂ ਦੇਗਾਂ ਵਿੱਚ ਬੈਠੇ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸੁਖੇ ਸੁਦਕ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲਣਾ ਜੀ। ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਬੋਲਣਾ ਜੀ। वाहिगुरु प्रथमे सर्वत खालसा जी की अरदास है जी। सर्वत खालसा जी को वाहिगुरु 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 नाम चित आवे चित अमन का सदका सर्व सुख होवे। जहाँ जहाँ खालसा जी साहेब तहाँ तहाँ रचिया रियायत देग तेग फतेह बुर्द की पैज पंथ के जेत श्री साहब जी सहाय खालसा जी के बोल वाले बोलना जी। वाहिगुरु बख्शो जी सिखानू सिखी दान केस दान रहत दान विवेक दान विसाह दान भरोसा दान दाना सरदान नाम दान श्री अमृतसर जी के दर्शन
ਇਸ਼ਨਾਨ ਚੌਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰਾ। ਖਾਲਸਾ ਜੀ ਬੋਲਣਾ ਜੇ। ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤਿ ਉਚੇ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ। ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੈ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੇ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ। ਚਾਰ ਪਹਿਰ ਰਹਿਣ ਸੁਖਾਂ ਨਾਲ ਬਤੀਤ ਹੋਏ, ਚਾਰ ਪਹਿਰ ਦਿਨਾ ਹੈ ਆਪਣੇ ਭਾਣੇ ਅੰਦਰ ਸੁਖਾਂ ਨਾਲ ਬਤੀਤ ਕਰਨਾ। ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਫਰਮਾਨ ਹਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸਿਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਂਵਾਕ ਅਨੁਸਾਰ। ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਵੇਖੇ ਅੰਮ੍ਰਿਤਮਈ ਧੁਰ ਕੀ ਬਾਣੀ ਆਈ, ਤਿਨ ਸਗਲੇ ਚਿੰਤ ਮਿਟਾਈ ਦੇ ਮਹਾਂਵਾਕ ਅਨੁਸਾਰ। ਅੰਮ੍ਰਿਤਮਈ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਹੋਏ ਉਪਰੰਤ ਗੁਰਬਾਣੀ ਕਥਾ ਵਿਚਾਰ ਹੋਏ। ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨਾ ਇੰਨੇ ਸਮੇਂ ਵਿੱਚ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਸਿਮਰਨ ਕਰਦਿਆਂ ਗੁਰਬਾਣੀ ਕਥਾ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਖਿਮਾ ਕਰਨਾ। ਅੱਗੇ ਤੋਂ ਸ਼ੁੱਧ ਬਾਣੀ ਪੜਨ ਸੁਨਨ ਸੇਵਾ ਸਿਮਰਨ ਦੀ ਦਾਤ ਬਖਸ਼ਣਾ। ਸ਼ੁੱਧ ਗੁਰਬਾਣੀ ਕਥਾ ਵਿਚਾਰ ਦੀ ਦਾਤ ਬਖਸ਼ਣਾ। ਦਰੋ ਕਰੋ ਨਾਮ ਦੀ ਦਾਤ ਬਖਸ਼ਣਾ। ਪੜੀ ਸੁਣੀ ਬਾਣੀ ਦਾ ਭਾਵ ਸਮੂਹ ਧਾਰਾਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ। ਦਰੋ ਕਰੋ ਨਾਮ ਦੀ ਦਾਤ ਬਖਸ਼ਣਾ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਦੀਆਂ। ਨਗਰ ਖੜੇ ਵਿੱਚ ਸੁਖ ਵਰਤਾਉਣੇ। ਕਾਲ ਕੰਟਕ ਦੁੱਖਾਂ ਦਰਿਦਰਾਂ ਦਾ ਨਾਸ ਕਰਨਾ। ਭਜਨ ਬਾਣੀ ਦਾ ਪ੍ਰਤਾਪ ਬਖਸ਼ਣਾ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ। ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਗੁਰੂ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਏ ਅਕਾਲ ਕੇ, ਸਭ ਸਿੱਖਨ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹੈ ਕੁਝ। ਰਾਜ ਕਰੇਗਾ ਖਾਲਸਾ, ਪਾਰ ਸਭ ਮਿਲेंगे ਬਚੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵੰਦ। ਵਾਹਿਗੁਰੂ ਰਾਜਾ ਕੀ ਹਾਥ ਹੈ, ਸੋ ਹਮਰੀ ਰਚਿਆ ਕਰੇ ਗੁਰ। ਸੋ ਹਮਰੀ ਰਚਿਆ ਕਰੇ। ਬੋਲੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਾ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੀ। ਸੋ ਕਉ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹਲਾ ਤੀਜਾ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦਿਓ ਮੰਗਤ ਜਨ ਕਾ। ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦਿਓ ਮੰਗਤ ਜਨ ਕਾ। ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਉ, ਸਚੇ ਤੇਰੇ ਨਾਮ ਬਿਟੋ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨ ਦੂਜਾ ਕੋਈ। ਰਾਉ ਬਹੁਤੀ ਫੀਰ ਪਈ ਕਿਰਪਨ ਕਾ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੁ ਆਪਣਾ, ਐਸੇ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੇ ਜਾਣਿਆ। ਸਾਚੇ ਨਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿ
ਸਤਨਾਮ 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 ਜੀ। ਜਪੋ 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 ਸਤਨਾਮ ਸਤਨਾਮ